ਬਾਬਾ ਹੀਰਾ ਸਿੰਘ ਜੀ ਇੱਕ ਫਕੀਰ ਸਨ। ਉਹ ਜਿਵੇਂ ਇਨਸਾਨਾਂ ਦੀ, ਗਊਆਂ ਦੀ, ਜੀਵਾਂ ਦਾ ਇਲਾਜ ਕਰਨਾ, ਉਹਨਾਂ ਨੇ ਅਥਾਹ ਭਗਤੀ ਕੀਤੀ। ਬਾਬਾ ਹੀਰਾ ਸਿੰਘ ਜੀ ਇੱਕ ਫਕੀਰ ਸਨ। ਉਹ ਜਿਵੇਂ ਇਨਸਾਨਾਂ ਦੀ, ਗਊਆਂ ਦੀ, ਜੀਵਾਂ ਦਾ ਇਲਾਜ ਕਰਨਾ, ਉਹਨਾਂ ਨੇ ਅਥਾਹ ਭਗਤੀ ਕੀਤੀ। ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਆ ਵੀ ਤੁਸੀਂ ਇਹਨਾਂ ਜੀਵਾਂ ਤੇ ਦਇਆ ਕਰੋਗੇ, ਤੁਹਾਨੂੰ 68 ਤੀਰਥਾਂ ਦਾ ਫਲ ਮਿਲੂਗਾ। ਕਿਉਂਕਿ ਇਹਨਾਂ 'ਚ ਵੀ ਆਤਮਾ, ਇਹ ਵੀ ਰਸਤੇ 'ਚ ਲੱਤਾਂ ਟੁੱਟੀਆਂ ਪਈਆਂ ਹੁੰਦੀਆਂ ਵਾ, ਇਹ ਵੀ ਕਹਿੰਦੇ ਆ ਇਹ ਵਾਹਿਗੁਰੂ ਕੋਈ ਤੇਰਾ ਘੱਲਿਆ ਹੋਇਆ ਇਨਸਾਨ ਸਾਡਾ ਦੁੱਖ ਦਰਦ ਵੰਡਾਵੇ। ਇਹ ਜਿਹੜੇ ਡਾਲਰ ਆ ਜਾਂ ਗੱਡੀਆਂ ਵਾ, ਗੁਰੂ ਨਾਨਕ ਦੇਵ ਜੀ ਦੀ ਪਹਿਲਾਂ ਬਹੁਤ ਕਿਰਪਾ ਸੀ। ਅਸੀਂ ਇਹ ਸਾਰੀਆਂ ਚੀਜ਼ਾਂ ਦੇਖ ਚੁੱਕੇ ਹਾਂ। ਸਾਨੂੰ ਇਹਨਾਂ ਚੀਜ਼ਾਂ ਦੀ ਭੁੱਖ ਨਹੀਂ ਗਈ ਅੰਦਰੋਂ। ਆਪਾਂ ਇੱਥੇ ਵੀ ਸਭ ਕੁਝ ਕਰ ਸਕਦੇ ਹਾਂ। ਹੁਣ ਸਾਡੇ ਕੋਲ ਇਹ ਹਸਪੀਟਲ ਆ, ਕੋਈ ਜ਼ਮੀਨ ਨਹੀਂ, ਕੋਈ ਦੁੱਧ ਨਹੀਂ ਵੇਚਦੇ, ਕੋਈ ਵੀ ਅੱਜ ਤੱਕ ਕਿਸੇ ਨੂੰ ਅਸੀਂ ਕੰਪੈਲ ਨਹੀਂ ਕੀਤਾ ਭਾਈ ਸਾਨੂੰ ਇੰਨੇ ਰੁਪਈਏ ਦੇ। ਫੇਰ ਵੀ ਚਲਾ ਰਹੇ ਹਾਂ। ਆਪਣੇ ਕੋਲ ਤਾਂ ਆਪਣੀਆਂ ਜਾਇਦਾਦਾਂ ਵਾ, ਸਾਰਾ ਕੁਛ ਆ। ਆਪਾਂ ਤਾਂ ਆਪਣੀ ਜਾਇਦਾਦ ਤੇ ਹੀ ਕੰਮ ਕਰਨਾ ਨਾ, ਕਿਉਂ ਨਹੀਂ ਚਲਾ ਸਕਦੇ? ਪਰ ਆਪਾਂ ਬੱਚਿਆਂ ਨੂੰ ਥੋੜਾ ਕਣਾ ਕਿਆ ਕਰੀਏ, ਨਿੱਕੇ ਹੁੰਦੇ ਸਮਝਾਇਆ ਕਰੀਏ ਬੇਟਾ ਤੂੰ ਇੱਥੇ ਵੀ ਅਫਸਰ ਬਣ ਸਕਦਾ ਵਾ। ਕਿਉਂਕਿ ਹੋਰ ਕਿਤੇ ਕੋਈ ਇਹਨਾਂ ਦਾ ਦੁਖੀਆਂ ਦਾ ਟਿਕਾਣਾ ਨਹੀਂ। ਕਿਉਂਕਿ ਬਾਬਾ ਹੀਰਾ ਹਸਪੀਟਲ ਹੀ ਹੈ ਦੁੱਖਾਂ ਦਾ ਦਰਦੀ, ਜਿਹੜਾ ਬੇਜਵਾਨਾਂ ਦਾ ਇੱਥੇ ਦੁੱਖ ਦਰਦ ਸੁਣਦਾ। ਸਾਡਾ ਕੋਸ਼ਿਸ਼ ਹੈ ਵੀ ਇੱਕ ਦਿਨ ਬਾਬਾ ਹੀਰਾ ਹਸਪੀਟਲ ਕਈ ਏਕੜ 'ਚ ਪਾ ਕੇ 5-7 ਐਂਬੂਲੈਂਸਾਂ ਰੱਖੀਆਂ ਹੁਣ ਪੰਜਾਬ 'ਚ। ਕਿਤੇ ਵੀ ਕਿਸੇ ਕਿਸਾਨ ਦੀ ਗਊ ਮੱਝ ਬਿਮਾਰ ਹੋਵੇ, ਉਸ ਨੂੰ ਅਸੀਂ ਲੈ ਕੇ ਆਈਏ, ਲਿਆ ਕੇ ਡਾਕਟਰ, ਸੀਨੀਅਰ ਡਾਕਟਰ ਦੇਖਣ, ਉਸ ਦਾ ਇਲਾਜ ਹੋਵੇ। ਇਲਾਜ ਤੋਂ ਬਾਅਦ ਉਸ ਨੂੰ ਵਾਪਸ ਕਰ ਦਿੱਤੀ ਜਾਵੇ। ਲਗਭਗ ਜੀ 125, 140, 45 ਜਿਹੜੀਆਂ ਗਊਆਂ ਹੋ ਜਾਂਦੀਆਂ। 10-12 ਸਾਡੇ ਕੋਲ ਦਰਵੇਸ਼ ਵੀ ਆ, 2-3 ਘੋੜੇ ਵੀ, ਘੋੜੀਆਂ ਆ ਜਾਂਦੇ ਜਿਹੜੇ ਬਿਮਾਰ ਹੁੰਦੇ ਆ। ਇਸ ਤਰ੍ਹਾਂ 1-2 ਬਿੱਲੀਆਂ ਵੀ ਆ। ਇਸ ਤਰ੍ਹਾਂ ਅਸੀਂ ਤਾਂ ਹਰ ਇੱਕ ਜੀਵ ਨਾਲ ਕਹਿੰਦੇ ਵੀ ਕੋਈ ਵੀ ਜੀਵ ਰਾਤ ਨੂੰ ਦੁਖੀ ਨਾ ਪਵੇ। ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਕੋਲੀਆ। ਆਪਾਂ ਆਮ ਤੌਰ ਤੇ ਸੜਕਾਂ ਤੇ ਵਿਚਰਦੇ ਹਾਂ। ਸੜਕਾਂ ਦੇ ਆਵਾਜਾਈ ਦੌਰਾਨ ਸੜਕੀ ਹਾਦਸੇ ਬਹੁਤ ਸਾਰੇ ਹੁੰਦੇ ਨੇ। ਉਹ ਬਹੁਤ ਸਾਰੇ ਸੜਕੀ ਹਾਦਸੇ ਅਵਾਰਾ ਪਸ਼ੂਆਂ ਦੇ ਨਾਲ ਟਕਰਾਉਣ ਦੇ ਨਾਲ ਹੁੰਦੇ ਨੇ। ਜੋ ਲੋਕ ਜ਼ਖਮੀ ਹੋ ਜਾਂਦੇ ਨੇ, ਉਹਨਾਂ ਜ਼ਖਮੀ ਲੋਕਾਂ ਨੂੰ ਪਰਿਵਾਰਕ ਮੈਂਬਰ ਜਾਂ ਉੱਥੋਂ ਦੇ ਮੌਜੂਦ ਲੋਕ ਉਹਨਾਂ ਵਿਅਕਤੀਆਂ ਨੂੰ ਚੁੱਕ ਕੇ ਹਸਪੀਟਲ 'ਚ ਐਡਮਿਟ ਕਰਵਾ ਦਿੰਦੇ ਨੇ, ਦਾਖਲ ਕਰਵਾ ਦਿੰਦੇ ਨੇ। ਪਰ ਜਿਸ ਅਵਾਰਾ ਪਸ਼ੂ ਦੇ ਨਾਲ ਉਹ ਵਿਅਕਤੀ ਟਕਰਾਉਂਦਾ, ਜੋ ਉਸ ਦਾ ਵਾਹਨ ਟਕਰਾਉਂਦਾ ਹੈ, ਉਸ ਅਵਾਰਾ ਪਸ਼ੂ ਨੂੰ ਕੋਈ ਵੀ ਨਹੀਂ ਚੁੱਕਦਾ। ਉਹ ਲਵਾਰਸ ਬੇਸਹਾਰਾ ਪਸ਼ੂ ਜ਼ਖਮੀ ਉੱਥੇ ਪਿਆ ਰਹਿੰਦਾ ਹੈ। ਪਰ ਇੱਕ ਅਜਿਹਾ ਵਿਅਕਤੀ ਆ ਜੋ ਲਵਾਰਸ ਬੇਸਹਾਰਾ ਤੇ ਜ਼ਖਮੀ ਅਵਾਰਾ ਪਸ਼ੂਆਂ ਨੂੰ, ਅਵਾਰਾ ਗਊਆਂ ਨੂੰ ਚੁੱਕ ਕੇ ਆਪਣੇ ਹਸਪੀਟਲ ਦੇ ਵਿੱਚ ਲਿਆ ਕੇ ਉਹਨਾਂ ਅਵਾਰਾ ਤੇ ਬੇਸਹਾਰਾ ਗਊਆਂ ਦਾ 2011 ਤੋਂ ਲਗਾਤਾਰ ਨਿਰੰਤਰ ਇਲਾਜ ਕਰਵਾ ਰਿਹਾ ਹੈ। ਤੁਹਾਡੀ ਅੱਜ ਮੁਲਾਕਾਤ ਬਾਬਾ ਹੀਰਾ ਸਿੰਘ ਹਸਪੀਟਲ ਦੇ ਮੁੱਖ ਸੰਚਾਲਕ ਭਾਈ ਕੁਲਵਿੰਦਰ ਸਿੰਘ ਜੀ ਨਾਲ ਕਰਵਾਉਣ ਜਾ ਰਹੇ ਹਾਂ। ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਨੇ ਹਸਪੀਟਲ ਕਿਸ ਤਰ੍ਹਾਂ ਬਣਾਇਆ, ਕਿੰਨੀਆਂ ਗਊਆਂ ਦੀ ਹੁਣ ਤੱਕ ਸੇਵਾ ਕਰ ਚੁੱਕੇ ਨੇ, ਕਿੰਨੀਆਂ ਗਊਆਂ ਦਾ ਹੁਣ ਤੱਕ ਇਲਾਜ ਕਰਵਾ ਚੁੱਕੇ ਨੇ, ਇਲਾਜ ਕਿਸ ਤਰ੍ਹਾਂ ਕਰਦੇ ਨੇ, ਕਿ ਲੋਕ ਸੰਗਤ ਉਹਨਾਂ ਦਾ ਸੰਯੋਗ ਕਰ ਰਹੀ ਹੈ, ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ। ਸਭ ਤੋਂ ਪਹਿਲਾਂ ਭਾਈ ਸਾਹਿਬ, ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਪਹਿਲਾਂ ਅਸੀਂ ਹਮਦਰਦ ਟੀਵੀ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਪਹਿਲਾਂ ਵੀ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਅੱਜ ਵੀ ਤੁਸੀਂ ਕੁਲਦੀਪ ਸਿੰਘ ਸੇਵਾਦਾਰ ਘੋਲੀਆ ਆਏ ਹਨ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ। ਧੰਨਵਾਦ ਜੀ। ਭਾਈ ਸਾਹਿਬ, ਗੱਲ ਕਰੀਏ, ਤੁਸੀਂ 2011 ਤੋਂ ਗੱਲ ਕਰਦੇ ਸੀ ਕਿ ਗਊਆਂ ਦੀ ਸੇਵਾ ਤੁਸੀਂ ਆਰੰਭ ਕੀਤੀ। ਸਭ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਰੰਭਤਾ ਕੀਤੀ? ਸਭ ਤੋਂ ਪਹਿਲਾਂ ਜਿਹੜੀ ਗਊ ਲੈ ਕੇ ਆਏ, ਕਿੱਥੋਂ ਲੈ ਕੇ ਆਏ, ਸ਼ੁਰੂਆਤ ਕਿੱਦਾਂ ਹੋਈ? ਇਹ ਸਭ ਅੱਲਾ ਰਾਮ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਵਾ। ਬਾਬਾ ਹੀਰਾ ਸਿੰਘ ਜੀ, ਬਾਬਾ ਦੀਨ ਦਿਆਲ ਦੀ, ਜਿਨ੍ਹਾਂ ਨੇ ਸਾਡੇ ਤੇ ਅਥਾਹ ਕਿਰਪਾ ਕੀਤੀ। ਅਸੀਂ 2011 'ਚ ਇੱਕ ਗਊ ਬਿਮਾਰ, ਜਿਸ ਦੇ ਬਹੁਤ ਜੋ ਤੇਜ਼ ਹਥਿਆਰ ਨਾਲ ਕਿਸੇ ਨੇ ਮਾਰਿਆ ਸੀ, ਉਸ ਨੂੰ ਅਸੀਂ ਦੇਖਿਆ। ਦੇਖ ਕੇ ਉਸ ਵਿੱਚ ਕੀੜੇ ਪੈ ਚੁੱਕੇ ਸੀਗੇ, ਉਸ ਨੂੰ ਕਿਸੇ ਨੇ ਫੜਿਆ ਨਹੀਂ, ਇਲਾਜ ਨਹੀਂ ਕੀਤਾ। ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋਇਆ ਜੀ।
ਅਸੀਂ ਉਸ ਤੋਂ ਬਾਅਦ ਉਹ ਗਊ ਨੂੰ ਘਰੇ ਲਿਆਂਦਾ, ਘਰੇ ਲਿਆ ਕੇ ਇਲਾਜ ਕਰਨਾ ਇਹਨਾਂ ਗਊਆਂ ਤੇ ਜੀਵਾਂ ਦਾ ਸ਼ੁਰੂ ਕਰ ਦਿੱਤਾ ਜੀ। ਸਤਿ ਤੁਸੀਂ ਬਾਬਾ ਹੀਰਾ ਸਿੰਘ ਦਾ ਨਾਮ ਲੈਂਦੇ ਹੋ, ਬਾਬਾ ਹੀਰਾ ਸਿੰਘ ਦੇ ਨਾਮ ਤੇ ਹਸਪੀਟਲ ਦਾ ਨਾਮ ਰੱਖਿਆ। ਬਾਬਾ ਹੀਰਾ ਸਿੰਘ ਨੂੰ ਨੇੜੇ ਦੇ ਲੋਕ ਤਾਂ ਬਹੁਤ ਜਾਣਦੇ ਹੋਣਗੇ, ਪਰ ਬਾਬਾ ਹੀਰਾ ਸਿੰਘ ਜੀ ਕੌਣ ਸੀ ਹੋਰ ਲੋਕ ਨਹੀਂ ਜਾਣਦੇ, ਉਹਨਾਂ ਬਾਰੇ ਜ਼ਰੂਰ ਜਾਣਨਾ ਪਊ। ਬਾਬਾ ਧੰਨ ਧੰਨ ਬਾਬਾ ਹੀਰਾ ਸਿੰਘ ਜੀ, ਧੰਨ ਬਾਬਾ ਦੀਨ ਦਿਆਲ ਜੀ। ਬਾਬਾ ਹੀਰਾ ਸਿੰਘ ਜੀ ਇੱਕ ਫਕੀਰ ਸਨ। ਉਹ ਜਿਵੇਂ ਇਨਸਾਨਾਂ ਦੀ, ਗਊਆਂ ਦੀ, ਜੀਵਾਂ ਦਾ ਇਲਾਜ ਕਰਨਾ, ਉਹਨਾਂ ਨੇ ਅਥਾਹ ਭਗਤੀ ਕੀਤੀ। ਉਹ 12 ਸਾਲ ਤਾਂ ਇੱਕ ਖੂਹ ਤੇ ਬੈਠੇ ਰਹੇ ਆ। ਫਿਰ ਉਸ ਤੋਂ ਬਾਅਦ 37 ਸਾਲ ਚੁਬਾਰੇ 'ਚ ਭਗਤੀ ਕਰਦੇ ਸੀ। ਕੋਈ ਗਊਆਂ ਜਿਹੜੀਆਂ ਪਿੰਡ 'ਚ ਹੁੰਦੀਆਂ ਉਸ ਟਾਈਮ ਬੱਗ ਹੁੰਦੇ ਸੀਗੇ, ਉਹਨਾਂ ਨੂੰ ਜਦੋਂ ਰਾਤ ਨੂੰ ਬਰਸਾਤ ਹੋਣ ਲੱਗ ਜਾਂਦੀ ਸੀ, ਉਹ ਉੱਠ ਕੇ ਉਸ ਟਾਈਮ ਬਰਸਾਤ ਦੇ ਅੰਦਰ ਨਹੀਂ ਬੈਠਦੇ ਹੁੰਦੇ ਸੀਗੇ। ਉਹ ਗਊਆਂ ਲਈ ਉਹਨਾਂ ਤੇ ਜੋ ਵੀ ਉਹਨਾਂ ਲਈ ਉਪਰਾਲਾ ਹੁੰਦਾ ਸੀ ਉਹ ਕਰਦੇ ਹੁੰਦੇ ਸੀਗੇ ਵੀ ਉਹਨਾਂ ਨੂੰ ਠੰਡ ਨਾ ਲੱਗੇ। ਇਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਾਫੀ ਗਊਆਂ ਤੇ ਜੀਵਾਂ ਦਾ ਮਦਦ ਕੀਤੀ। ਜਾਣੀ ਜੀਵ ਜੰਤੂਆਂ ਨਾਲ ਗਊਆਂ ਦਾ ਉਹਨਾਂ ਦਾ ਡਾਢਾ ਪਿਆਰ ਸੀ। ਡਾਢਾ ਪਿਆਰ ਸੀਗਾ ਕਿਉਂਕਿ ਉਹ ਫਕੀਰ ਸੀਗੇ। ਉਹਨਾਂ ਨੂੰ ਇਸ ਤੇਰਾ ਤੇ ਮੇਰਾ ਨਹੀਂ ਸੀ ਮਤਲਬ, ਉਹ ਸਭ ਨੂੰ ਅਕਾਲ ਪੁਰਖ ਦਾ ਰੂਪ ਸਮਝਦੇ ਸੀਗੇ। ਕਿਉਂਕਿ ਇਹ ਉਹ ਸਮਝਦੇ ਸੀ ਵੀ ਜੋ ਵੀ ਇਨਸਾਨ ਧਰਤੀ ਤੇ ਆ ਗਿਆ, ਜੋ ਵੀ ਜੀਵ ਆ ਗਿਆ, ਉਹ ਪ੍ਰਮਾਤਮਾ ਦੀ ਇਜਾਜ਼ਤ ਨਾਲ ਆਇਆ ਵਾ। ਉਹ ਪ੍ਰਮਾਤਮਾ ਦਾ ਰੂਪ ਆ। ਜਦੋਂ ਦੁੱਖ ਦਰਦ ਹੁੰਦਾ ਸਾਨੂੰ ਉਹਦਾ ਸਮਝਣਾ ਚਾਹੀਦਾ। ਬਿਲਕੁਲ ਜੀ। ਤੁਸੀਂ ਗੱਲ ਕਰਦੇ ਸੀ ਕਿ ਉਸ ਗਊ ਨੂੰ ਬੜੀ ਬੁਰੀ ਤਰ੍ਹਾਂ ਵੱਢਿਆ ਗਿਆ ਸੀ, ਕਿੰਨੀ ਦਰਿੰਦਗੀ ਕੀਤੀ ਗਈ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਅਵਾਰਾ ਗਊਆਂ ਨੂੰ ਕੁੱਟਿਆ ਜਾਂਦਾ, ਮਾਰਿਆ ਜਾਂਦਾ, ਕਿਸ ਤਰ੍ਹਾਂ ਉਹਨਾਂ ਨੂੰ ਵੱਢਿਆ ਜਾਂਦਾ, ਕਿਉਂਕਿ ਕਿਸਾਨ ਵੀ ਦੁਖੀ ਹੋ ਜਾਂਦੇ। ਆਮ ਤੌਰ ਤੇ ਕੀ ਹੁੰਦਾ ਕਿ ਜਿੰਨਾ ਚਿਰ ਗਊ ਦੁੱਧ ਦਿੰਦੀ ਹੈ ਉਹਨਾਂ ਚਿਰ ਉਹਨੂੰ ਬੜਾ ਸਤਿਕਾਰ ਤੇ ਪਿਆਰ ਨਾਲ ਰੱਖਿਆ ਜਾਂਦਾ, ਫੀਡ ਪਾਈ ਜਾਂਦੀ ਆ, ਹਰਾ ਚਾਰਾ ਪਾਇਆ ਜਾਂਦਾ, ਉਹਦਾ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾਂਦਾ। ਪਰ ਇਸ ਤੋਂ ਬਾਅਦ ਦੁੱਧ ਦੇਣੋਂ ਹਟ ਜਾਂਦੀ ਆ ਤੇ ਉਹਨੂੰ ਕਿਤੇ ਦੂਰ ਜਾ ਕੇ ਛੱਡਿਆ ਆਉਂਦੇ ਆ। ਪਰ ਤੁਸੀਂ ਦੂਜੇ ਪਾਸੇ ਇੰਨਾ ਜਿਹੜਾ ਗਊਆਂ ਦੇ ਨਾਲ ਪਿਆਰ ਕਰ ਰਹੇ ਹੋ, ਇਹਨਾਂ ਜਾਨਵਰਾਂ ਦੇ ਨਾਲ ਪਿਆਰ ਕਰ ਰਹੇ ਹੋ, ਉਹ ਵੀ ਖਾਸ ਤੌਰ ਤੇ ਜਿਹੜੀਆਂ ਬਿਮਾਰ ਨੇ, ਜਿਹੜੀਆਂ ਬੇਸਹਾਰਾ ਨੇ, ਜਿਹੜੀਆਂ ਵੱਡੀਆਂ ਟੁੱਕੀਆਂ ਜਾ ਚੁੱਕੀਆਂ ਨੇ, ਜਿਹੜੀਆਂ ਜ਼ਖਮੀ ਨੇ, ਐਡਾ ਵੱਡਾ ਜਾਨਵਰਾਂ ਨਾਲ ਪਿਆਰ ਦਾ ਕਾਰਨ ਕੀ? ਅਸੀਂ ਤਾਂ ਫਰਜ਼ ਹੀ ਨਿਭਾ ਰਹੇ ਹਾਂ। ਕਿਉਂਕਿ ਇੱਕ ਸੇਵਾ ਦੀ ਗੱਲ ਕਰਨੀ ਹੋਵੇ, ਸੇਵਾ ਤੇ ਬਹੁਤ ਵੱਡਾ ਪ੍ਰਚਾਰ ਦੇਣਾ ਹੋਵੇ, ਭਾਈ ਕਨ੍ਹਈਆ ਜੀ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਜਲ ਸਕਾਤਾ। ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਆ ਵੀ ਤੁਸੀਂ ਇਹਨਾਂ ਜੀਵਾਂ ਤੇ ਦਇਆ ਕਰੋਗੇ, ਤੁਹਾਨੂੰ 68 ਤੀਰਥਾਂ ਦਾ ਫਲ ਮਿਲੂਗਾ। ਕਿਉਂਕਿ ਇਹਨਾਂ 'ਚ ਵੀ ਆਤਮਾ, ਇਹ ਵੀ ਰਸਤੇ 'ਚ ਲੱਤਾਂ ਟੁੱਟੀਆਂ ਪਈਆਂ ਹੁੰਦੀਆਂ ਵਾ, ਇਹ ਵੀ ਕਹਿੰਦੇ ਆ ਹੇ ਵਾਹਿਗੁਰੂ ਕੋਈ ਤੇਰਾ ਘੱਲਿਆ ਹੋਇਆ ਇਨਸਾਨ ਸਾਡਾ ਦੁੱਖ ਦਰਦ ਵੰਡਾਵੇ। ਜੇ ਸਾਡੇ ਜਵਾਨ ਨਹੀਂ ਨਾ, ਸਾਨੂੰ ਦੁੱਖ ਤਾਂ ਹੈਗਾ ਨਾ। ਕਿਉਂਕਿ ਆਪਾਂ ਨੂੰ ਇਹਨਾਂ ਦਾ ਦੁੱਖ ਮਹਿਸੂਸ ਕਰਨਾ ਪੈਣਾ ਵਾ। ਆਪਾਂ ਇਹਨਾਂ ਦਾ ਦੁੱਖ ਨਾ ਮਹਿਸੂਸ ਕਰਾਂਗੇ ਤੇ ਆਪਾਂ ਨੂੰ ਫਿਰ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਦਾ ਸਾਹਮਣਾ ਪੈਂਦਾ। ਇਹ ਆਪਣੀ ਰਹਿਮੋ ਰਹਿਮ ਤੇ ਹੀ ਜੀ ਰਹੇ ਹਨ। ਜਿਸ ਤਰ੍ਹਾਂ ਬੱਚਾ ਵਾ, ਇੱਕ ਬੱਚੇ ਦੀ ਸਾਰਾ ਕੁਛ, ਜਿਹੜੇ ਛੋਟਾ ਜਿਹਾ ਬੱਚਾ ਹੁੰਦਾ ਵਾ, ਉਹਦੀ ਮਾਂ ਸਮਝਦੀ ਆ, ਉਹ ਬੋਲ ਨਹੀਂ ਸਕਦਾ ਹੁੰਦਾ 5-7 ਮਹੀਨੇ ਦਾ ਸਾਰੀਆਂ ਗੱਲਾਂ। ਉਸੇ ਤਰ੍ਹਾਂ ਹੀ ਸਾਨੂੰ ਇਹਨਾਂ ਲਈ ਪ੍ਰਮਾਤਮਾ ਨੇ ਬੁੱਧੀ ਦਿੱਤੀ ਆ, ਇਸ ਕਰਕੇ ਹੀ ਦਿੱਤੀ ਆ ਤੁਸੀਂ ਦ੍ਰਿਸ਼ਟੀ ਦੇ ਜੀਵਾਂ ਦਾ ਦੁੱਖ ਦਰਦ ਸੁਣਨਾ। ਜੀ ਬਿਲਕੁਲ। ਤੁਸੀਂ ਤਾਂ ਵੈਸੇ ਚਲੋ ਨਹੀਂ ਇੱਕ ਗੱਲ ਦੱਸੀ, ਸਾਨੂੰ ਪਾਸੇ ਸੰਗਤ ਤੋਂ ਪਤਾ ਲੱਗਿਆ ਤੁਸੀਂ ਗਾਈਆਂ ਨੂੰ ਬੜਾ ਪਿਆਰ ਕਰਦੇ ਹੋ, ਜਾਨਵਰਾਂ ਨੂੰ ਬੜਾ ਪਿਆਰ ਕਰਦੇ ਹੋ। ਇਸੇ ਤਰ੍ਹਾਂ ਸੰਗਤ ਤੁਹਾਨੂੰ ਬੜਾ ਪਿਆਰ ਕਰਦੀ ਹੈ। ਸੰਗਤ ਤੁਹਾਡੇ ਨਾਲ ਦੂਰ ਦਰਾਡੇ ਤੋਂ, ਇਕੱਲੇ ਇਸ ਇਲਾਕੇ ਤੋਂ ਨਹੀਂ, ਪੰਜਾਬ ਤੋਂ, ਦੇਸ਼ ਵਿਦੇਸ਼ ਤੋਂ ਸੰਗਤ ਤੁਹਾਡੇ ਨਾਲ ਜੁੜੀ ਵੀ ਹੈ। ਸੰਗਤ ਤੁਹਾਡੇ ਕੋਲੇ ਰੋਜ਼ਾਨਾ ਆਉਂਦੀ ਹੈ। ਪਰ ਜੇ ਇਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਕਿ ਲੋਕ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਵਰਗੇ ਦੇਸ਼ ਨੂੰ ਜਾਣ ਵਾਸਤੇ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਗਹਿਣੇ ਰੱਖ ਦਿੰਦੇ ਆ, ਪਰ ਤੁਸੀਂ ਸਾਨੂੰ ਨਹੀਂ ਦੱਸਿਆ। ਪਾਸੇ ਸੰਗਤ ਤੋਂ ਪਤਾ ਲੱਗਿਆ ਕਿ ਤੁਹਾਡੇ ਕੋਲੇ ਅਮਰੀਕਾ ਵਰਗੇ ਦੇਸ਼ 'ਚ ਜਾਣ ਦਾ ਇੱਕ ਵਧੀਆ ਮੌਕਾ ਸੀ, ਤੁਸੀਂ ਉਹ ਮੌਕਾ ਛੱਡਤਾ, ਮੌਕਾ ਠਕਰਾਤਾ, ਇੱਕ ਜਾਨਵਰਾਂ 'ਚ ਵੜ ਗਏ ਜਿੱਥੇ ਸਾਡਾ ਯੂਥ ਇਹਨਾਂ ਤੋਂ ਪਰਾਂ ਹਟਦਾ ਜਾ ਰਿਹਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਗੋਹੇ 'ਚ ਗੋਹਾ, ਮਿੱਟੀ 'ਚ ਮਿੱਟੀ ਨਹੀਂ ਹੋਣਾ, ਪਰ ਤੁਸੀਂ ਉਹ ਕੰਮ ਕਰ ਰਹੇ ਹੋ ਅਮਰੀਕਾ ਵਰਗੇ ਦੇਸ਼ ਨੂੰ ਠਕਰਾ ਕੇ। ਕੁਲਦੀਪ ਸਿੰਘ ਸੇਵਾਦਾਰ, ਪਹਿਲੀ ਗੱਲ ਤਾਂ ਇਹ ਆ ਵੀ ਜਿਹਨੂੰ ਹੀਰਿਆਂ ਦਾ ਖਜ਼ਾਨਾ ਮਿਲ ਜੇ ਉਹ ਕਿੱਥੇ ਜਾਂਦਾ ਜੀ, ਉਹਨੇ ਕਿੱਥੇ ਜਾਣਾ ਵਾ। ਫਿਰ ਇਹ ਗੱਲ ਆ ਵੀ ਤੁਹਾਡੀ ਆਪਣੇ ਤੋਂ ਵੱਧ ਕਿਸੇ ਨੂੰ ਪ੍ਰੇਮ ਹੋਵੇ, ਆਪਣੀ ਜਾਨ ਨੂੰ ਪ੍ਰੇਮ ਹੋਵੇ। ਕਿ ਇੱਕ ਮਾਂ-ਬਾਪ ਦੇ ਬੱਚੇ ਹੁੰਦੇ ਆ, ਜੇ ਕਿਤੇ ਉਹ ਦੁੱਖ ਤਕਲੀਫ 'ਚ ਹੋਣ ਨਾ, ਮਾਂ-ਬਾਪ ਆਪਦੇ ਨਹੀਂ ਦੇਖਦਾ,
ਜੇ ਉਹ ਦੁੱਖ ਤਕਲੀਫ ਮੰਨ ਲਓ ਡੁੱਬਦੇ ਆ, ਅਕਾਲ ਨਾ ਰੱਬ ਕਰੇ ਡੁੱਬਦੇ ਆ, ਜਾਂ ਉਹ ਅੱਗ 'ਚ ਪਰੇਸ਼ਾਨੀ 'ਚ ਜਾਂ ਕਿਸੇ 'ਚ ਫਸ ਗਏ, ਉਹ ਇਹ ਨਹੀਂ ਸੋਚਦਾ, ਸੋਚਦਾ ਨਹੀਂਗਾ ਵੀ ਮੇਰੀ ਜਾਨ ਜਾ ਸਕਦੀ ਆ। ਉਹਨੂੰ ਆਪਣੀ ਜਾਨ ਨਾਲੋਂ ਉਹਨਾਂ ਨਾਲ ਪ੍ਰੇਮ ਹੁੰਦਾ ਵਾ। ਇਸ ਕਰਕੇ ਹੀ ਸਾਨੂੰ ਇਹਨਾਂ ਨਾਲੋਂ ਆਪਣੀ ਜਾਨ ਨਾਲੋਂ ਇਹਨਾਂ ਨਾਲ ਜ਼ਿਆਦਾ ਪ੍ਰੇਮ ਆ। ਅਸੀਂ ਇਸ ਕਰਕੇ ਜਿਵੇਂ ਆਮ ਲੋਕਾਂ ਨੂੰ, ਆਮ ਬੱਚਿਆਂ ਨੂੰ, ਆਮ ਯੂਥ ਨੂੰ, ਪੰਜਾਬੀਆਂ ਨੂੰ ਖਾਸ ਤੌਰ ਤੇ ਡਾਲਰ ਬੜੇ ਪਿਆਰੇ ਲੱਗਦੇ ਆ, ਖਾਸ ਤੌਰ ਤੇ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਕਈ ਕੰਟਰੀਆਂ ਦੇ। ਤੁਹਾਨੂੰ ਡਾਲਰ ਚੰਗੇ ਨਹੀਂ ਲੱਗੇ? ਤੁਹਾਨੂੰ ਨਹੀਂ ਲੱਗਿਆ ਕਿ ਅਸੀਂ ਵੀ ਚੰਗੀ ਜ਼ਿੰਦਗੀ ਬਸਰ ਕਰ ਸਕਦੇ ਹਾਂ, ਅਸੀਂ ਵੀ ਡਾਲਰ ਲੈ ਕੇ ਕਮਾ ਕੇ ਇੱਥੇ ਚੰਗੀਆਂ ਗੱਡੀਆਂ ਤੇ ਆਲੀਸ਼ਾਨ ਕੋਠੀਆਂ ਪਾ ਸਕਦੇ ਹਾਂ? ਤੁਹਾਨੂੰ ਨਹੀਂ ਲੱਗਿਆ ਕਿ ਇਸ 'ਚ ਕੀ ਆ, ਇਹ ਗਰਕ 'ਚ ਕਿਉਂ ਵੜਨਾ? ਹਾਲਾਂਕਿ ਤੁਹਾਨੂੰ ਪ੍ਰੇਮ ਆ, ਪਿਆਰ ਆ, ਤੁਸੀਂ ਚੰਗਾ ਕੰਮ ਕਰ ਰਹੇ ਹੋ, ਤੁਹਾਨੂੰ ਆਪਣੇ ਆਪ ਨੂੰ ਕਦੇ ਮਹਿਸੂਸ ਨਹੀਂ ਹੋਇਆ? ਘੋਲੀਆ ਸਾਹਿਬ, ਇੱਕ ਤਾਂ ਹੁੰਦਾ ਵਾ ਇਨਸਾਨ, ਦੇਖੋ ਸੇਵਾ 'ਚ ਜੋ ਵੀ ਆ ਗਿਆ ਵਧੀਆ ਆ ਗਿਆ, ਜਿਹੜੀ ਵੀ ਸੇਵਾ ਕਰਦਾ ਵਾ ਕੋਈ ਵੀ ਆ, ਕਿਉਂਕਿ ਇੱਕ ਤਾਂ ਹੁੰਦਾ ਵੀ ਇਨਸਾਨ ਨੇ ਕੁਝ ਦੇਖਿਆ ਨਹੀਂਗਾ, ਪਰ ਇਹ ਜਿਹੜੇ ਡਾਲਰ ਆ ਜਾਂ ਗੱਡੀਆਂ ਵਾ, ਗੁਰੂ ਨਾਨਕ ਦੇਵ ਜੀ ਦੀ ਪਹਿਲਾਂ ਬਹੁਤ ਕਿਰਪਾ ਸੀ ਜੀ। ਅਸੀਂ ਇਹ ਸਾਰੀਆਂ ਚੀਜ਼ਾਂ ਦੇਖ ਚੁੱਕੇ ਹਾਂ, ਸਾਨੂੰ ਇਹਨਾਂ ਚੀਜ਼ਾਂ ਦੀ ਭੁੱਖ ਨਹੀਂ ਗਈ ਅੰਦਰੋਂ, ਭੁੱਖ ਨਹੀਂ ਗਈ ਗੱਡੀਆਂ, ਡਾਲਰ, ਜਹਾਜ਼ਾਂ ਤੇ ਜਾਣਾ ਜਾਂ ਉਹ ਜਾਣਾ ਹੈ। ਸਾਨੂੰ ਤਾਂ ਇੱਕ ਬਸ ਸੇਵਾ ਤੇ ਸਿਮਰਨ, ਦੋ ਚੀਜ਼ਾਂ ਨਾਲ ਪ੍ਰੇਮ ਆ। ਕਿਉਂਕਿ ਜੇ ਅਸੀਂ ਨਾ ਦੇਖੀਏ ਹੁਣ ਤਾਂ ਸਾਨੂੰ ਹੁੰਦਾ ਨਾ ਭੁੱਖ ਵੀ ਯਾਰ ਉਹ ਦੇਖੀਆਂ ਨਹੀਂ ਗਈਆਂ, ਸਾਨੂੰ ਗੱਡੀਆਂ ਦਾ ਸ਼ੌਂਕ ਆ, ਸਾਨੂੰ ਵੱਡੇ ਵੱਡੇ ਨੇਤਾ ਨਾਲ ਫੋਟੋ ਚੁਕਾਉਣ ਦਾ, ਵੱਡੇ ਵੱਡੇ ਸੀਨੀਅਰ ਅਫਸਰਾਂ ਨਾਲ, ਪਰ ਨਹੀਂ, ਉਹ ਚੀਜ਼ਾਂ ਤਾਂ ਪਹਿਲਾਂ ਵੀ ਸਾਡੇ ਕੋਲ ਬਹੁਤ ਸੀਗੀਆਂ, ਕੁਛ ਨਹੀਂ, ਉਹਨਾਂ ਨੂੰ ਦੇਖ ਕੇ ਅਸੀਂ ਵਾਪਸ ਆਏ ਹਾਂ। ਤੁਸੀਂ ਤਿਆਗੀ ਹੋ ਗਏ। ਪਰ ਜੇ ਦੂਜੇ ਯੂਥ ਦੀ ਗੱਲ ਕਰੀਏ, ਪੰਜਾਬੀਆਂ ਦੀ ਗੱਲ ਕਰੀਏ, ਪੰਜਾਬੀਆਂ 'ਚ ਕਿਉਂ ਐਡੀ ਹੌੜ ਲੱਗੀ ਆ ਸਭ ਕੁਝ ਵੇਚ ਵੱਟ ਕੇ ਵਿਦੇਸ਼ਾਂ ਨੂੰ ਜਾਣ ਦੀ? ਗੱਲ ਇਸ ਤਰ੍ਹਾਂ ਵੀ ਪੰਜਾਬੀਆਂ ਨੂੰ ਆਪਾਂ ਸਾਰੇ ਹੀ ਬੱਚਿਆਂ ਨੂੰ ਇਹ ਗੱਲ ਨਹੀਂ ਸਮਝਾਉਂਦੇ ਵੀ ਬੇਟਾ ਵੀ ਆਪਾਂ ਇੱਥੇ ਵੀ ਕੁਛ ਕਰ ਸਕਦੇ ਹਾਂ। ਜਦੋਂ ਬੱਚਾ 7-8 ਸਾਲ ਦਾ ਹੁੰਦਾ ਨਾ, ਵੀ ਸਾਡਾ ਵੀ ਦੇਸ਼ ਬਹੁਤ ਅਮੀਰ ਆ, ਨਿੱਕੇ ਹੁੰਦਿਆਂ ਦੇ ਹੀ ਦਿਮਾਗ 'ਚ ਪਾ ਦਿੱਤਾ ਜਾਂਦਾ, ਬੱਚਾ ਤੂੰ ਆਈਲੈਟਸ ਕਰੀ, +2 ਪੜ੍ਹੀ ਤੇ ਜਾਵੜੀ ਜੀ, ਬਾਰ-ਬਾਰ ਉਸ ਦੇ ਦਿਮਾਗ ਵਿੱਚ ਪਾ ਕੇ ਉਹ ਫਿਕਸ ਹੋ ਜਾਂਦਾ ਵਾ, ਉਸ ਚੀਜ਼ ਤੇ ਰੁਕ ਜਾਂਦਾ ਵਾ। ਸਾਵਾਂ ਸਾਡੀ ਆਪਣੇ ਪਿਓ ਦਾਦਿਆਂ ਦੀ ਇੱਕ ਕਠਿਨ ਮਿਹਨਤ ਕਰਕੇ ਜ਼ਮੀਨ ਬਣਾਈ ਹੋਈ ਆ ਜੀ। ਟਿੱਬੇ ਹੁੰਦੇ ਸੀਗੇ, ਤੁਸੀਂ ਪਿਛਲੇ ਬਜ਼ੁਰਗਾਂ ਨੂੰ ਕਿਤੇ ਜਾ ਕੇ ਦੁੱਖ ਫਰੋਲਿਓ, ਕਿਤੇ ਤੁਹਾਡਾ ਸਮਾਂ ਮਿਲਿਆ, 2-2 ਘੰਟੇ ਸੌਂਦੇ ਸੀ ਉਹ, ਜਿਹੜੇ ਉਹ ਟਿੱਬੇ ਢਾਏ, ਪੈਦਾਵਾਰ ਉਹ 'ਚ ਕੀਤੀ, ਹਰਿਆਲੀ ਕੀਤੀ। ਪਰ ਆਪਾਂ ਇੱਥੇ ਵੀ ਸਭ ਕੁਝ ਕਰ ਸਕਦੇ ਹਾਂ। ਹੁਣ ਸਾਡੇ ਕੋਲੇ ਇਹ ਹਸਪੀਟਲ ਆ ਜੀ, ਕੋਈ ਜ਼ਮੀਨ ਨਹੀਂ, ਕੋਈ ਦੁੱਧ ਨਹੀਂ ਵੇਚਦੇ, ਕੋਈ ਵੀ ਅੱਜ ਤੱਕ ਕਿਸੇ ਨੂੰ ਅਸੀਂ ਕੰਪੈਲ ਨਹੀਂ ਕੀਤਾ ਭਾਈ ਸਾਨੂੰ ਇੰਨੇ ਰੁਪਈਏ ਦੇ, ਫੇਰ ਵੀ ਚਲਾ ਰਹੇ ਆ। ਆਪਣੇ ਕੋਲ ਤਾਂ ਆਪਣੀਆਂ ਜਾਇਦਾਦਾਂ ਵਾ, ਸਾਰਾ ਕੁਛ ਆ, ਆਪਾਂ ਤਾਂ ਆਪਣੀ ਜਾਇਦਾਦ 'ਤੇ ਹੀ ਕੰਮ ਕਰਨਾ ਨਾ, ਕਿਉਂ ਨਹੀਂ ਚਲਾ ਸਕਦੇ? ਪਰ ਆਪਾਂ ਬੱਚਿਆਂ ਨੂੰ ਥੋੜ੍ਹਾ ਘਣਾ ਕਿਆ ਕਰੀਏ, ਨਿੱਕੇ ਹੁੰਦੇ ਸਮਝਾਇਆ ਕਰੀਏ, ਬੇਟਾ ਤੂੰ ਇੱਥੇ ਵੀ ਅਫਸਰ ਬਣ ਸਕਦਾ ਵਾ, ਇੱਥੇ ਵੀ ਆਪਣੇ 10 ਕਿੱਲੇ 12 ਕਿੱਲੇ ਏਕੜ ਆ, ਇਸ ਵਿੱਚ ਵੀ ਤੁਸੀਂ ਕਈ ਫਸਲਾਂ ਉਗਾ ਸਕਦੇ ਆ। ਇਹ ਬੱਚਿਆਂ ਨੂੰ ਆਪਾਂ ਨੂੰ ਧਿਆਨ ਦੇਣਾ ਪਊ। ਬਿਲਕੁਲ ਜੀ, ਸਮਝਾਉਣ ਦੀ ਗੱਲ ਆ। ਗੱਲ ਆਪਾਂ ਸੇਵਾ ਦੀ ਕਰੀਏ ਤੱਕ 2011 ਤੋਂ ਲੈ ਕੇ ਕਿੰਨੇ ਕਿ ਜਿਹੜੇ ਅਵਾਰਾ ਪਸ਼ੂ, ਜ਼ਖਮੀ ਪਸ਼ੂਆਂ ਦਾ ਜਿਹੜਾ ਇਲਾਜ ਕਰਵਾ ਚੁੱਕੇ ਹੋ? ਘੋਲੀਆ ਸਾਹਿਬ 2011 ਤੋਂ ਤੁਹਾਨੂੰ ਪਤਾ ਹੀ ਆ ਵੀ ਪੰਜਾਬ 'ਚ ਕੀ ਇੰਡੀਆ 'ਚ ਗਊ ਬਹੁਤ ਜ਼ਿਆਦਾ, ਜੀਵ ਗਊ ਡੌਗ ਬਹੁਤ ਜ਼ਿਆਦਾ। ਵੈਸੇ ਤਾਂ ਹਜ਼ਾਰਾਂ ਗਊਆਂ ਤੇ ਜੀਵਾਂ ਦਾ ਇਲਾਜ ਹੋ ਚੁੱਕਾ ਵਾ ਇੱਥੇ, ਬਹੁਤ ਹੀ, ਕਿਉਂਕਿ ਇੰਨਾ ਨਹੀਂ ਤਾਂ ਬਹੁਤ ਘੱਟ ਧਿਆਨ, ਕਿਉਂਕਿ ਤੁਸੀਂ ਦੇਖਿਆ ਹੋਊਗਾ ਬਈ ਬਹੁਤ ਘੱਟ ਤੁਹਾਨੂੰ ਹਸਪੀਟਲ ਮਿਲਣਗੇ, ਕਿਉਂਕਿ ਇਸ ਵਿੱਚ ਇਸ ਤਰ੍ਹਾਂ ਵਾ ਵੀ ਤੁਸੀਂ 110 ਮਿਹਨਤ ਕਰਦੇ ਨੇ, 110% ਤੁਹਾਨੂੰ 10% ਸੇਵਾ ਮਿਲਣੀ ਹੈ, 100% ਨਹੀਂ। ਸੇਵਾ ਸਾਰੀਆਂ ਚੰਗੀਆਂ ਵਾ, ਸੇਵਾ ਨਹੀਂ ਅਸੀਂ ਕਹਿੰਦੇ, ਸੇਵਾ ਕੋਈ ਵੀ ਆ, ਪਰ ਉਸ ਵਿੱਚ ਤੁਸੀਂ ਜੇ ਥੋੜ੍ਹੀ ਜਿਹੀ ਘੱਟ ਵੀ ਮਿਹਨਤ ਕਰ ਲਓਗੇ ਨਾ ਤਾਂ ਵੀ ਤੁਹਾਨੂੰ ਵਧੀਆ ਦਕਸ਼ਨਾ ਮਿਲ ਜੂਗੀ। ਗੱਲ ਕਰੀਏ ਜੀ ਆਪਾਂ ਅੱਜ ਦੇ ਦੌਰ ਦੇ ਵਿੱਚ ਕਿੰਨੀਆਂ ਕੁ ਗਊਆਂ ਤੁਹਾਡੇ ਕੋਲੇ ਜਿਹੜੀਆਂ ਜ਼ਖਮੀ ਰੂਪ ਦੇ ਵਿੱਚ ਲਵਾਰਸ, ਕਿੰਨੀਆਂ ਕੁ ਨਵੀਆਂ ਗਊਆਂ ਤੁਹਾਡੇ ਕੋਲ ਆ ਰਹੀਆਂ? ਘੋਲੀਆ ਸਾਹਿਬ, ਕਿਉਂਕਿ ਗਊਆਂ ਅਤੇ ਜੀਵਾਂ ਨੂੰ ਵੱਲ ਬਹੁਤ ਘੱਟ ਧਿਆਨ ਜਾਂਦਾ,
ਬਹੁਤ ਹੀ ਜਿਹੇ ਘੱਟ ਇਨਸਾਨ ਹਨ ਜਿਹੜੇ ਇਹ ਸਮਝਦੇ ਹਨ ਵੀ ਇਹਨਾਂ 'ਚ ਵੀ ਜਾਨ ਆ, ਇਹਨਾਂ ਨੂੰ ਵੀ ਦੁੱਖ ਹੁੰਦਾ। ਵੈਸੇ ਤਾਂ ਬਾਬਾ ਹੀਰਾ ਹਸਪਤਾਲ ਵਿੱਚ ਹਜ਼ਾਰਾਂ ਹੀ ਗਊਆਂ ਅਤੇ ਜੀਵਾਂ ਦਾ ਇਲਾਜ ਹੋ ਚੁੱਕਾ। ਤਕਰੀਬਨ 80-85 ਪਿੰਡ ਘੱਟੋ ਘੱਟ, ਜਿਸ ਤਰ੍ਹਾਂ ਮੋਗਾ, ਸਦਮਾ ਬੈਟ, ਮਹਿਤਪੁਰ, ਰੈਕੋਟ, ਆਨੰਦਪੁਰ ਸਾਹਿਬ, ਬਰਨਾਲਾ, ਅਲੱਗ-ਅਲੱਗ ਸ਼ਹਿਰਾਂ ਤੋਂ ਇੱਥੇ ਹੀ ਆਉਂਦੀਆਂ ਕਿਉਂਕਿ ਹੋਰ ਕਿਤੇ ਕੋਈ ਇਹਨਾਂ ਦਾ ਦੁਖੀਆਂ ਦਾ ਟਿਕਾਣਾ ਨਹੀਂ, ਕਿਉਂਕਿ ਬਾਬਾ ਹੀਰਾ ਹਸਪੀਟਲ ਹੀ ਹੈ ਦੁੱਖਾਂ ਦਾ ਦਰਦੀ, ਜਿਹੜਾ ਬੇਜਵਾਨਾਂ ਦਾ ਇੱਥੇ ਦੁੱਖ ਦਰਦ ਸੰਦਾ। ਤੁਸੀਂ ਕੱਲੀਆਂ ਜਿਹੜੀਆਂ ਜ਼ਖਮੀ ਗਊਆਂ ਨੂੰ ਚੁੱਕਦੇ ਹੋ ਜਾਂ ਫਿਰ ਜਿਹੜੀਆਂ ਲਵਾਰਸ ਹੁੰਦੀਆਂ ਸੜਕਾਂ ਤੇ ਫਿਰਦੀਆਂ ਉਹਨਾਂ ਨੂੰ ਵੀ ਲੈ ਕੇ ਆਉਂਦੇ? ਨਹੀਂ ਜੀ, ਸਾਡਾ ਦੁੱਖ ਨਾ ਪ੍ਰੇਮ ਆ। ਕਿਉਂਕਿ ਫਕੀਰੀ ਕੀ ਕਹਿੰਦੀ ਆ? ਫਕੀਰੀ ਕਹਿੰਦੀ ਆ ਵੀ ਪਹਿਲਾਂ ਜਿਹਦਾ ਕੋਈ ਨਹੀਂ ਉਹਨੂੰ ਲੈ ਕੇ ਆਉਣਾ, ਜਿਹਨੂੰ ਜ਼ਿਆਦਾ ਦੁੱਖ ਆ, ਜਿਹਨੂੰ ਜ਼ਿਆਦਾ ਤਕਲੀਫ ਆ। ਦੁਖੀ ਤਾਂ ਰਾਹ 'ਚ ਲੱਤਾਂ ਟੁੱਟੀਆਂ ਪਈਆਂ ਵਾ, ਤੜਫ ਰਿਹਾ ਵਾ, ਉਸ ਨੂੰ ਆ ਨਾ। ਤੁਰਿਆ ਫਿਰਦਾ ਤਾਂ ਫਿਰ ਵੀ ਕੁਛ ਨਾ ਕੁਛ ਖਾ ਸਕਦਾ ਵਾ। ਪਹਿਲਾਂ ਕਿਹਨੂੰ ਜ਼ਰੂਰਤ ਆ? ਪਹਿਲਾਂ ਜ਼ਰੂਰਤ ਹੈਗੀ ਆ ਜਿਹੜਾ ਗਊ ਜਾਂ ਜੀਵ ਜਿਹੜਾ ਦੁਖੀ ਦੁੱਖ ਤਕਲੀਫ 'ਚ ਪਿਆ ਵਾ। ਵੈਸੇ ਵੀ ਸਾਡਾ ਇਹ ਮਿਸ਼ਨ ਆ ਵੀ ਇੱਕ ਦਿਨ ਅਸੀਂ ਬਈ ਇਹ ਬਾਬਾ ਹੀਰਾ ਹਸਪੀਟਲ ਇੱਕ ਬਣਾ ਸਕੀਏ। ਵੀ ਆ ਤੁਸੀਂ ਦੇਖ ਲਓ ਵੀ ਸਾਰੇ ਇਸ ਜਗ੍ਹਾ ਤੇ ਸਾਰੀਆਂ ਸੰਸਥਾ ਤੇ ਕੰਮ ਹੋ ਚੁੱਕਾ ਵਾ, ਬਹੁਤ ਵਧੀਆ ਵਾ। ਬਿਰਧ ਆਸ਼ਰਮ ਵੀ ਬਣ ਗਏ ਆ, ਇਨਸਾਨਾਂ ਦਾ ਵੀ ਇਲਾਜ ਹੋ ਰਿਹਾ, ਬਹੁਤ ਇਨਸਾਨ ਇਹੋ ਜਿਹੇ ਆ ਭਲੇ ਜਿਹੜੇ ਬੱਚਿਆਂ ਨੂੰ ਵੀ ਪੜ੍ਹਾ ਰਹੇ ਆ। ਤੇ ਕੋਈ ਵੀ ਇਹੋ ਜਿਹਾ ਹਸਪੀਟਲ ਨਹੀਂ ਬਣਿਆ ਵੀ ਜੇ ਰੱਬ ਨਾ ਕਰੇ ਕਿਸੇ ਕਿਸਾਨ ਦੇ ਘਰੇ ਗਊ, ਕੋਈ ਮੱਝ, ਕੋਈ ਡੌਗ, ਕਿਸੇ ਵੀ ਜਿਹੜੇ ਰੱਖੇ ਆ ਕਿਸਾਨੀ ਤੌਰ ਤੇ ਵੀ ਬਿਮਾਰ ਹੋ ਜੇ ਵੀ ਉਸ ਦਾ ਉੱਥੇ ਇਲਾਜ ਹੋ ਚੁੱਕੇ। ਹੁਣ ਇੱਕ ਕਿਸਾਨ ਦੇ ਘਰੇ ਜੇ ਕੋਈ ਗਊ ਮੱਝ ਬਿਮਾਰ ਹੋ ਗਈ ਮੰਨ ਲਓ, ਘੱਟੋ ਘੱਟ ਉਹਦਾ 20 ਤੋਂ 25 ਹਜ਼ਾਰ ਰੁਪਈਏ ਦਾ ਨੁਕਸਾਨ ਹੋ ਜਾਂਦਾ ਵਾ, ਕਿਉਂਕਿ ਸਾਰਾ ਕੰਮ ਰੁਕ ਜਾਂਦਾ ਉਹਦਾ ਖੇਤੀਬਾੜੀ ਦਾ। ਯੂਨੀਵਰਸਿਟੀਆਂ 'ਚ ਵੀ ਚਲੋ ਇਲਾਜ ਕਰਦੇ ਆ, ਉਸ ਨੂੰ ਮੈਡੀਸਨ ਨਾਲ ਹੀ ਦੇ ਦੇਣਗੇ ਆਪਰੇਸ਼ਨ ਕਰਕੇ। ਹੁਣ ਘਰੇ ਕਿਸਾਨ ਨੂੰ ਕੀ ਪਤਾ ਹੁੰਦਾ ਵੀ ਕੀ ਕਰਨਾ ਇਹਦਾ, ਕਿਉਂਕਿ ਇੱਕ ਵਧੀਆ ਹਸਪੀਟਲ ਬਣੇ ਜਿਸ ਵਿੱਚ ਐਡਮਿਟ ਕੀਤੀਆਂ ਜਾਣ ਤੇ ਉਸ ਤੋਂ ਬਾਅਦ ਜਦੋਂ ਉਹ ਗਊ ਜਾਂ ਮੱਝ ਜੋ ਡੌਗ ਉਹਦਾ ਠੀਕ ਹੋ ਗਿਆ ਉਸ ਨੂੰ ਵਾਪਸ ਦਿੱਤਾ ਜਾਵੇ। ਕਿੱਡੀ ਰਾਹਤ ਹੋ ਸਕਦੀ ਆ। ਅੱਜ ਦੀ ਘੜੀ ਪੰਜਾਬ ਵਿੱਚ ਕਰੋੜਾਂ ਰੁਪਈਆਂ ਦਾ ਮਹੀਨੇ ਦਾ ਨੁਕਸਾਨ ਹੋ ਰਿਹਾ ਵਾ। ਸਾਡਾ ਕੋਸ਼ਿਸ਼ ਹੈ ਵੀ ਇੱਕ ਦਿਨ ਬਾਬਾ ਹੀਰਾ ਹਸਪੀਟਲ ਕਈ ਏਕੜ 'ਚ ਪਾ ਕੇ 5-7 ਐਂਬੂਲੈਂਸਾਂ ਰੱਖੀਆਂ ਹੁਣ ਪੰਜਾਬ 'ਚ ਕਿਤੇ ਵੀ ਕਿਸੇ ਕਿਸਾਨ ਦੀ ਗਊ ਮੱਝ ਬਿਮਾਰ ਹੋਵੇ ਉਸ ਨੂੰ ਅਸੀਂ ਲੈ ਕੇ ਆਈਏ, ਲਿਆ ਕੇ ਡਾਕਟਰ ਸੀਨੀਅਰ ਡਾਕਟਰ ਦੇਖਣ, ਉਸ ਦਾ ਇਲਾਜ ਹੋਵੇ, ਇਲਾਜ ਤੋਂ ਬਾਅਦ ਉਸ ਨੂੰ ਵਾਪਸ ਕਰ ਦਿੱਤੀ ਜਾਵੇ, ਕਿਉਂਕਿ ਕਿਸਾਨ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਆ। ਕੋਈ ਵੀ ਅਜਿਹਾ ਪ੍ਰਾਈਵੇਟ ਹਸਪੀਟਲ ਨਹੀਂ ਬਣਿਆ ਪੰਜਾਬ ਵਿੱਚ ਜਿਹੜਾ ਕਿਤੇ ਕਿਸੇ ਕਿਸਾਨ ਦੇ ਡਿੱਗ ਪੈਂਦੀ ਆ ਤੇ ਵੀ ਉਸ ਨੂੰ ਲੈ ਕੇ ਆ ਸਕੇ। ਆਪਾਂ ਹਸਪੀਟਲ ਦੀ ਗੱਲ ਕਰੀਏ, ਇਸ ਟਾਈਮ ਤੁਹਾਡਾ ਜਿਹੜਾ ਹਸਪੀਟਲ ਹੈ ਕਿੰਨੀ ਜਗ੍ਹਾ 'ਚ ਬਣਿਆ ਵਾ ਜੀ? ਜਗ੍ਹਾ ਤਾਂ ਥੋੜੀ ਆ, ਅੱਧਾ ਕੁ ਏਕੜ ਆ, ਪਰ ਅਕਾਲ ਪੁਰਖ ਨੇ ਸੇਵਾ ਕਈ ਏਕੜਾਂ ਵਾਲੀ ਦਿੱਤੀ ਹੋਈ ਆ। ਕਿਉਂਕਿ ਕਈ ਤੁਸੀਂ ਦੇਖਿਆ ਹੋਊਗਾ ਲੈਂਟਰ ਬਹੁਤ ਪਏ ਹੁੰਦੇ ਆ, ਬਿਲਕੁਲ, ਪਰ ਉੱਥੇ ਕੋਈ ਨਾ ਸੀਸ ਲੈਣ ਵਾਲਾ ਕੋਈ ਨਹੀਂ ਥੱਲੇ ਹੁੰਦਾ। ਪਰ ਇੱਥੇ ਤੁਹਾਨੂੰ ਇੱਕ ਤਿਲ ਵੀ ਨਹੀਂ ਸਿਉਣਾ ਜਗ੍ਹਾ ਜਿਹੜਾ ਬਗੈਰ ਗਊ ਬਗੈਰ ਜੀਵ ਦੀ। ਅੱਧੇ ਏਕੜ ਜ਼ਮੀਨ ਦੇ ਵਿੱਚ ਤੁਸੀਂ ਜਿਹੜਾ ਗਊਸ਼ਾਲਾ ਬਣਾਈ ਆ, ਇੱਥੇ ਕਿੰਨੇ ਕੁ ਜਿਹੜੇ ਜ਼ਖਮੀ ਪਸ਼ੂ ਨੇ, ਜ਼ਖਮੀ ਗਊਆਂ ਨੇ? ਲਗਭਗ ਜੀ 125, 140, 45 ਜਿਹੜੀਆਂ ਗਊਆਂ ਹੋ ਜਾਂਦੀਆਂ। 10-12 ਸਾਡੇ ਕੋਲ ਦਰਵੇਸ਼ ਵੀ ਆ, 2-3 ਘੋੜੇ ਵੀ ਘੋੜੀਆਂ ਆ ਜਾਂਦੇ ਜਿਹੜੇ ਬਿਮਾਰ ਹੁੰਦੇ ਆ। ਇਸ ਤਰ੍ਹਾਂ 1-2 ਬਿੱਲੀਆਂ ਵੀ ਆ। ਇਸ ਤਰ੍ਹਾਂ ਅਸੀਂ ਤਾਂ ਹਰ ਇੱਕ ਜੀਵ ਨਾਲ ਕਹਿੰਦੇ ਵੀ ਕੋਈ ਵੀ ਜੀਵ ਰਾਤ ਨੂੰ ਦੁਖੀ ਨਾ ਪਵੇ। ਕੋਈ ਵੀ ਜੀਵ ਜੇ ਕੋਈ ਦੁਖੀ ਹੈ ਨਾ ਅਸੀਂ ਪਹੁੰਚ ਜਾਈਏ ਉਸ ਤੱਕ, ਇਹੀ ਅਰਦਾਸ ਕਰਕੇ ਪੈਂਦੇ ਆ। ਪਤਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਫਲਾਨੀ ਜਗ੍ਹਾ ਤੇ ਇੰਨੀਆਂ ਗਊਆਂ ਉੱਥੇ ਜਿਹੜੀਆਂ ਲਵਾਰਸ ਤੇ ਜ਼ਖਮੀ ਹਾਲਤ 'ਚ, ਮਾੜੀ ਹਾਲਤ 'ਚ ਪਈਆਂ? ਇਹ ਹੈ ਜੀ ਬਾਬਾ ਹੀਰਾ ਹਸਪੀਟਲ ਹੀ ਆ ਜਿਹਨੇ 9268 9268 ਹੈਲਪਲਾਈਨ ਦਿੱਤੀ ਆ ਜੀ। ਬਾਬਾ ਹੀਰਾ ਹਸਪੀਟਲ ਇਸ ਤਰ੍ਹਾਂ ਨਹੀਂ ਕੋਈ ਮੀਰਾ ਨੇ ਬਣਾ ਲਿਆ, ਇਹ ਤਾਂ ਅਕਾਲ ਪੁਰਖ ਨੇ ਬਣਾਇਆ ਵਾ ਦੁਖੀਆਂ ਤੇ ਦਰਦਾਂ ਲਈ। ਕਿਉਂਕਿ ਦੁੱਖ ਜ਼ਿਆਦਾ ਵੱਧ ਗਿਆ ਸੀ, ਇਸ ਕਰਕੇ ਬਾਬਾ ਹੀਰਾ ਹਸਪੀਟਲ ਬਣਾਤਾ। ਬਾਬਾ ਹੀਰਾ ਹਸਪੀਟਲ ਦੀ 9268 90 ਹੈਲਪਲਾਈਨ ਦਿੱਤੀ ਆ। ਉਸ ਤੇ ਸਾਨੂੰ
ਸੇਵਾਦਾਰ ਫੋਨ ਕਰਦੇ ਹਨ, ਅਸੀਂ ਉੱਥੋਂ ਗਊ ਨੂੰ ਲੈ ਕੇ ਆਉਂਦੇ ਐਂਬੂਲੈਂਸ ਵਿੱਚ ਇਲਾਜ ਕਰਦੇ ਹਾਂ। ਆਪਣੀ ਖੁਦ ਦੀ ਐਂਬੂਲੈਂਸ ਬਣਾਈ ਹੈ ਜੀ? ਹਾਂਜੀ ਹਾਂਜੀ ਹਾਂਜੀ, ਖੁਦ ਬਣਾਈ ਹੋਈ ਆ ਸੰਸਥਾ ਦੀ, ਬਾਬਾ ਹੀਰਾ ਹਸਪੀਟਲ ਦੀ ਐਂਬੂਲੈਂਸ ਜੀ। ਤੁਸੀਂ ਕੱਲ ਘੋੜੇ ਦੀ ਕਰਦੇ ਸੀ, ਤੁਹਾਡੇ ਕੋਲ ਘੋੜੇ ਵੀ ਰੱਖੇ ਆ, ਘੋੜੇ ਕਿੱਥੋਂ ਉਹਨਾਂ ਨੂੰ ਜ਼ਖਮੀ ਹਾਲਤ 'ਚ ਲੈ ਕੇ ਆਏ ਆ ਜਾਂ ਫਿਰ ਵੈਸੇ ਹੀ ਸ਼ੌਂਕ ਤੌਰ ਤੇ ਰੱਖੇ ਜੀ? ਸ਼ੌਂਕ ਤਾਂ ਸਾਡਾ ਕੋਈ ਨਹੀਂ ਜੀ, ਜੀ ਸ਼ੌਂਕ ਅਕਾਲ ਪੁਰਖ ਦੀ ਕਿਰਪਾ ਨਾਲ ਰੱਬ ਨੇ ਛੋਟੀ ਉਮਰੇ ਹੀ ਕਰਾਤੇ ਆ ਹੈ। ਸ਼ੌਂਕ ਵਾਲੀ ਕੋਈ ਪੈਸੇ ਵਾਲੀ ਜਾਂ ਹੋਰ ਕੋਈ ਮਨ ਵਿੱਚ ਕੋਈ ਸ਼ੌਂਕ ਨਹੀਂਗਾ, ਪਰ ਇਹ ਸਾਨੂੰ ਜਦ ਕੋਈ ਕਾਲ ਕਰ ਦਿੰਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ। ਜੇ ਘੋੜਿਆਂ ਦਾ ਵੀ ਸਾਡੇ ਕੋਲ ਘੱਟ ਆ, ਡੌਗ ਵੀ 8 10 12 ਵਾ ਤੇ ਘੋੜੇ ਵੀ 2 4 ਹੀ ਰੱਖ ਸਕਦੇ ਆ, ਜਗ੍ਹਾ ਦੀ ਪ੍ਰੋਬਲਮ ਆ ਤੇ ਸਾਨੂੰ 9268 90 ਹੈਲਪਲਾਈਨ ਹੁੰਦੀ ਹੈ। ਇਸ ਤਰ੍ਹਾਂ ਨਹੀਂਗਾ ਵੀ ਤੁਸੀਂ ਹਸਪੀਟਲ ਬਣਾ ਲਿਆ ਜੀ, ਇਹ ਕੁਲਵਿੰਦਰ ਸਿੰਘ ਪ੍ਰਧਾਨ ਦਾ ਨੰਬਰ ਲੈ ਲਓ ਤੇ ਮੁੜ ਕੇ ਕੁਲਵਿੰਦਰ ਸਿੰਘ ਦਾ ਪ੍ਰਧਾਨ ਦਾ ਨੰਬਰ ਹੀ ਨਾ ਮਿਲੇ। 9268 9068 ਇੱਕ ਸੱਚ ਦਾ ਹੁੱਕਾ ਵਾ, ਅੱਜ ਤੱਕ ਸਰਕਾਰਾਂ ਹੈਲਪਲਾਈਨ ਨਹੀਂ ਦੇ ਸਕੀਆਂ ਐਨੀਮਲ ਬਾਰੇ। ਜੀ ਵੱਡੀਆਂ ਵੱਡੀਆਂ ਸੰਸਥਾਵਾਂ ਉਹ ਵੀ ਚੱਲ ਜਾਂਦੀਆਂ ਵਾ। ਅਸੀਂ ਇਸ ਕਰਕੇ ਸੌਖਾ ਨੰਬਰ ਕਿਉਂ ਲਿਆ, ਅਸੀਂ ਹੋਰ ਵੀ ਲੈ ਸਕਦੇ 9268 ਜਿਹੜਾ ਜਲਦੀ ਯਾਦ ਹੋ ਜਾਏ, ਇੱਕ ਵਾਰ ਪੜ੍ਹ ਲਈ ਮੁੜ ਕੇ ਭੁੱਲੇ ਨਾ, ਇਹਨਾਂ ਦਾ ਅਸੀਂ ਦੁੱਖ ਦਰਦ ਬਣਾ ਸਕਦੇ। ਬਿਲਕੁਲ। ਆਪਾਂ ਘੋੜੇ ਦੀ ਗੱਲ ਕਰਦੇ ਸੀ, ਘੋੜਾ ਤੁਸੀਂ ਜਿਹੜਾ ਜ਼ਖਮੀ ਹਾਲਤ 'ਚ ਲੈ ਕੇ ਆਏ ਆ ਜਾਂ ਫਿਰ ਕਿਸ ਤਰ੍ਹਾਂ ਉਹਨੂੰ ਲੈ ਕੇ ਆਏ ਜੀ? ਇਹ ਜੀ ਜਿਹੜਾ ਇਹ ਜੰਗਪੁਰ ਤੋਂ ਆਇਆ ਵਾ, 3 4 ਦਿਨ ਹੋ ਗਏ ਘੋੜੀ, ਇਸ ਦੇ ਮੂਹਰਲੇ ਪੈਰ 'ਚ ਬਹੁਤ ਜ਼ਿਆਦਾ ਜ਼ਖਮ ਹੋ ਚੁੱਕਾ ਵਾ। ਪਹਿਲਾਂ ਵੀ ਸਾਡੇ ਘੋੜੇ ਆਉਂਦੇ ਰਹਿੰਦੇ ਆ, ਘੋੜੀਆਂ ਆਉਂਦੀਆਂ ਰਹਿੰਦੀਆਂ ਵਾ, ਜੋ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਉਹਨਾਂ ਦਾ ਦਰਦ ਬਣਾਉਣ ਦੀ। ਤੇ ਇਹ ਅਵਾਰਾ ਤੁਰਿਆ ਫਿਰਦਾ ਸੀਗਾ, ਉੱਥੋਂ ਦੇ ਸੇਵਾਦਾਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਸ ਨੂੰ ਅਸੀਂ ਲੈ ਕੇ ਆਏ। ਬਿੱਲੀ ਦੀ ਗੱਲ ਕਰੀਏ, ਜਦੋਂ ਦੇ ਅਸੀਂ ਆਏ ਆ ਬਿੱਲੀ ਤੁਹਾਡੇ ਕੋਲ ਹੀ ਆ, ਇੱਧਰ ਦਾਲੇ ਦਾਲੇ ਘੁੰਮ ਰਹੀ ਹੈ, ਕੀ ਕਾਰਨ ਕੀ, ਇੰਨਾ ਪਿਆਰ ਕਿਉਂ ਹੈ ਜੀ? ਬਿੱਲੀ ਦਾ ਕੀ ਜੀ, ਸਾਰੇ ਹੀ ਗਊਆਂ ਸਾਡੇ ਨਾਲ, ਡੌਗ ਹੋ ਗਏ, ਘੋੜੇ ਹੋ ਗਏ, ਕੋਈ ਵੀ ਜੀਵ ਆ, ਤੁਸੀਂ ਜੋ ਕਿਤੇ ਦੁੱਖ ਦਰਦ ਸਮਝਦੇ ਆ ਨਾ ਤੇ ਉਹ ਬਹੁਤ ਪ੍ਰੇਮ ਕਰਦੇ ਆ। ਤੁਸੀਂ ਇੱਕ ਵਾਰ ਦੁੱਖ ਦਰਦ ਕਿਤੇ ਸਮਝ ਕੇ ਤਾਂ ਦੇਖੋ ਇਹਨਾਂ ਦਾ, ਜੇ ਸਾਰੀ ਉਮਰ ਉਸ ਦਾ ਆਨੰਦ ਨਾਲ ਲੁੱਟਦੇ ਦੇਖਦੇ ਜ਼ਿੰਦਗੀ 'ਚ ਤੁਹਾਨੂੰ ਮਿਲਿਆ ਨਾ, ਤੁਸੀਂ ਕਿਤੇ ਵੀ ਵਰਲਡ 'ਚ ਆ, ਇਹ ਸੇਵਾ ਇੱਕ ਅਜਿਹੀ ਆ, ਸੇਵਾ ਤਾਂ ਸਾਰੀਆਂ ਹੀ ਵਰਲਡ 'ਚ ਆ, ਕਿਤੇ ਵੀ ਤੁਹਾਨੂੰ ਇਹ ਕੋਈ ਜੀਵ, ਕੋਈ ਗਊ, ਕੋਈ ਡੌਗ, ਕੋਈ ਬਿੱਲੀ, ਕੈਟ ਬਿਮਾਰ ਮਿਲ ਜੇ, ਤੁਸੀਂ ਉਸ ਦੀ ਮਦਦ ਕਰਕੇ ਦੇਖਿਓ ਜੀ। ਇਸ ਜਿਹੜੀ ਕੈਟ ਆ ਛੋਟੀ ਜੀ ਸੀ, ਇਹ ਨਾਨਕਸਰ ਆ ਸਾਡੇ ਬਾਬਾ ਨਾਨਕ ਸਿੰਘ ਜੀ ਦਾ ਧਾਮ, ਉੱਥੇ ਉਹ ਦੱਸਦੇ ਸੀ ਜਦੋਂ ਬਾਬੇ ਆਏ ਆ ਵੀ ਇਸ ਵਿੱਚ ਇਸ ਨੂੰ ਕਰੰਟ ਲੱਗ ਗਿਆ, ਇਹ ਤਾਂ ਹੁਣ ਵੱਡੀ ਹੋ ਗਈ, 4 5 ਮਹੀਨੇ ਹੋ ਗਏ, ਛੋਟੀ ਜੀ ਸੀ, ਇਹਦੇ ਪੈਰਾਂ ਵਿੱਚ ਦੀ ਕਰੰਟ ਲੰਘ ਗਿਆ ਸੀਗਾ, ਜ਼ਖਮ ਹੋ ਚੁੱਕੇ ਸੀਗੇ। ਫਿਰ ਅਸੀਂ ਇਹਨੂੰ ਬਹੁਤ ਕੋਸ਼ਿਸ਼ ਕੀਤੀ, ਲੁਧਿਆਣੇ ਯੂਨੀਵਰਸਿਟੀ ਲੈ ਕੇ ਗਏ, ਉੱਥੋਂ ਡਾਕਟਰਾਂ ਨੇ ਇਹਦਾ ਟ੍ਰੀਟਮੈਂਟ ਕੀਤਾ ਤੇ ਇਸ ਵਕਤ ਬਿਲਕੁਲ ਠੀਕ ਆ। ਹੁਣ ਇਹ ਬਹੁਤ ਸਾਡੇ ਨਾਲ ਪ੍ਰੇਮ ਕਰਦੀ ਆ, ਸਾਰੇ ਸਾਡੇ ਸੇਵਾਦਾਰਾਂ ਨਾਲ ਕਰਦੇ। ਜੇ ਕਹਿ ਲਈਏ ਕਿ ਬੇਸ਼ੱਕ ਜਾਨਵਰ ਜ਼ੁਬਾਨ ਤੋਂ ਨਹੀਂ ਬੋਲਦਾ ਪਰ ਦਿਲ ਦੀਆਂ ਗੱਲਾਂ ਕਰ ਲੈਂਦਾ। ਅਸੀਂ ਸਾਰੇ ਹੀ ਸੇਵਾਦਾਰਾਂ ਦੇ ਦੇਸ਼ ਵਿਦੇਸ਼ ਵਿੱਚ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਹਾਂ, ਤੁਸੀਂ ਸਾਨੂੰ ਦਕਸ਼ਨਾ ਸਪੋਰਟ ਕਰਨੀ ਕਰਿਓ, ਨਹੀਂ ਰਹਿਣ ਦਿਓ ਜੇ ਤੁਹਾਨੂੰ ਲੱਗਦਾ ਹੋਇਆ। ਪਰ ਇੱਕ ਰਿਕੁਐਸਟ ਆ, ਬੇਨਤੀ ਆ, ਤੁਸੀਂ ਆਪਦੇ ਬੱਚਿਆਂ ਨੂੰ ਜ਼ਰੂਰ ਸਮਝਾਇਆ ਕਰੋ ਜੀ ਵੀ ਜਿਹੜੇ ਜੀਵ ਆ ਨਾ, ਇਹ ਵੀ ਸਾਡੇ ਨਾਲ ਜੁੜੇ ਹੋਏ ਆ। ਜੇ ਕਿਤੇ ਤੁਹਾਨੂੰ ਕੋਈ ਜੀਵ ਕੋਈ ਵੀ ਦੁਖੀ ਮਿਲੇ ਨਾ, ਉਸ ਦੀ ਹੈਲਪ ਜ਼ਰੂਰ ਕਰਿਆ ਕਰੋ। ਨਿੱਕੇ ਹੁੰਦੇ ਜ਼ਰੂਰ ਸਮਝਾਇਆ ਕਰੋ, ਛੋਟੇ ਹੁੰਦੇ, ਕਿਉਂਕਿ ਆਮ ਤਾਂ ਨਹੀਂ ਸਮਝਾਉਣਾ, ਹੁਣ ਤਾਂ ਦੁਕਾਨਦਾਰੀਆਂ ਬਣ ਗਈਆਂ ਵਾ ਵੀ ਜਿੱਥੇ ਮੇਰੀ ਵੀਡੀਓ ਘੁੰਮੂ ਨਾ ਕੁਲਵਿੰਦਰ ਸਿੰਘ ਦੀ, ਗੱਲ ਉਹੀ ਕਰਨੀ ਆ, ਕਿਸੇ ਨੇ ਨਹੀਂ ਸਮਝਾਉਣਾ। ਵੱਡੀਆਂ ਦੁਕਾਨਦਾਰੀਆਂ ਬਣ ਗਈਆਂ, ਉਹ ਇਹ ਨਹੀਂ ਸਮਝਾਉਂਦੇ ਬਈ ਭਾਈ ਇਹ ਜਿਹੜੇ ਜੀਵ ਆ ਨਾ, ਜਿਵੇਂ ਬਿੱਲੀ ਆ, ਡੌਗ ਆ, ਘੋੜਾ ਵਾ, ਬਈ ਇਹਨਾਂ ਨੂੰ ਵੀ ਆਪਾਂ ਇਹਨਾਂ ਦਾ ਵੀ ਦੁੱਖ ਸਮਝਣਾ ਵਾ। ਪਰ ਸਾਰੇ ਹੀ ਜੋ ਬੱਚਿਆਂ ਨੂੰ ਬੇਨਤੀ ਕਰਦੇ ਆ ਬਈ ਤੁਸੀਂ ਕਿਤੇ ਵੀ ਤੁਹਾਨੂੰ ਕੋਈ ਜੀਵ ਮਿਲੇ ਉਹਦੀ ਹੈਲਪ ਕਰੋ। ਉਹਨਾਂ ਦੇ ਮਦਰ ਫਾਦਰ ਨੂੰ ਵੀ ਰਿਕੁਐਸਟ ਕਰਦੇ ਆ, ਤੁਸੀਂ ਕਿਤੇ ਵੀ ਦੇਸ਼ 'ਚ ਬੈਠੇ ਆ, ਇਹ ਜ਼ਰੂਰ ਬੱਚੇ ਨੂੰ ਜ਼ਰੂਰ ਸਮਝਾਓ ਬਈ ਤੁਸੀਂ ਕਿਤੇ ਵੀ ਤੁਹਾਨੂੰ ਬਿਮਾਰ ਮਿਲਦੀ ਆ, ਤੁਸੀਂ ਉਹਦੀ ਹੈਲਪ ਕਰੋ। ਕੋਈ ਵੀ ਬੇਜਵਾਨਾ ਜਾਨਵਰ ਮਿਲਦਾ, ਮਦਦ ਜ਼ਰੂਰ ਕਰਨੀ ਚਾਹੀਦੀ ਆ, ਜ਼ਰੂਰ ਸਮਝਣਾ ਚਾਹੀਦਾ। ਗੱਲ ਕਰੀਏ, ਇੰਨੇ ਸੈਂਕੜੇ ਜਿਹੜੇ ਤੁਹਾਡੇ ਕੋਲੇ ਜ਼ਖਮੀ ਹਾਲਤ 'ਚ ਪਸ਼ੂ ਨੇ, ਗਾਈਆਂ ਨੇ, ਇਹ ਕਿੰਨੇ ਤੁਸੀਂ ਇਕੱਲੇ ਤਾਂ ਕਰ ਨਹੀਂ ਸਕਦੇ, ਬੜਾ ਮੁਸ਼ਕਲ ਆ। ਇੱਕ ਪਸ਼ੂ ਸੰਭਾਲਣਾ, 2 ਪਸ਼ੂ ਸੰਭਾਲਣਾ ਇਨਸਾਨ ਸੰਭਾਲ ਸਕਦਾ, ਤੁਸੀਂ ਮੁੱਖ ਪ੍ਰਬੰਧਕ ਹੋ ਕੇ ਇੱਥੇ ਚਲਾ ਰਹੇ ਹੋ। ਕਿੰਨੇ ਕੁ ਸੇਵਾਦਾਰ ਤੁਹਾਡੇ ਨਾਲ ਜੁੜੇ ਨੇ, ਕਿੰਨੀ ਕੁ ਸੰਗਤ ਇੱਥੇ ਜਿਹੜੀ ਇਹਨਾਂ ਗਊਆਂ ਦੀ ਸਾਂਭ ਸੰਭਾਲ ਵਾਸਤੇ ਜੁੜੀ ਹੈ? ਮੁੱਖ ਪ੍ਰਬੰਧ ਤਾਂ ਵਾਹਿਗੁਰੂ ਆ, ਬਾਬਾ ਹੀਰਾ ਸਿੰਘ ਜੀ ਦੀ ਨਿਆਲ ਜੀ ਆ। ਅਸੀਂ ਇੱਕ ਸੇਵਾਦਾਰ ਆ, ਇੱਥੇ ਸਾਡੀ ਡਿਊਟੀ ਲੱਗ ਜਾਂਦੀ ਆ, ਸਾਡੇ ਸੇਵਾਦਾਰਾਂ ਨੇ ਸਾਡੀ ਡਿਊਟੀ ਲਾਈ ਆ ਵੀ ਭਾਈ ਤੂੰ ਇਹਦੀ ਕੋਈ ਦੇਖਭਾਲ ਕਰਨੀ ਆ, ਕਿਉਂਕਿ ਇੱਥੇ 34 ਸੇਵਾਦਾਰ ਹਨ ਜੀ।
ਜਿਹੜਾ ਸਾਡਾ ਹਸਪੀਟਲ ਆ, ਜਿਹੜਾ ਬਾਬਾ ਹੀਰਾ ਹਸਪੀਟਲ ਆ, ਇਹ 'ਚ ਅਲੱਗ-ਅਲੱਗ ਕਰਨਾ ਪੈਂਦਾ ਟੀਮਾਂ 'ਚ, ਭਾਗਾਂ 'ਚ ਵੰਡ ਕੇ। ਕੁਛ ਟੀਮ ਇੱਥੇ 18-20 ਜਾਣੇ ਜਿਹੜੇ ਗਊਆਂ ਦੀ ਦੇਖਭਾਲ ਕਰਨੀ, 4-5 ਡਾਕਟਰ ਨਾ ਜੀ, ਫਿਰ 4-5 ਐਂਬੂਲੈਂਸ ਨਾ, ਬਾਕੀ ਜਿਹੜੇ ਸਾਡੇ ਸਹਿਯੋਗੀ ਮੈਂਬਰ ਬਣੇ ਆ ਉਹਨਾਂ ਤੋਂ ਡੋਨੇਸ਼ਨ ਲੈ ਕੇ ਆਉਣੀ। ਇਸ ਤਰ੍ਹਾਂ ਅਲੱਗ-ਅਲੱਗ ਭਾਗਾਂ 'ਚ ਵੰਡ ਕੇ ਸਾਰੀ ਇਹ ਸੇਵਾ ਚੱਲਦੀ ਹੈ ਜੀ। ਇਹ ਸਾਰੀਆਂ ਗਊਆਂ ਦਾ ਇਲਾਜ ਚੱਲ ਰਿਹਾ, ਇਹਨਾਂ ਦੀ ਮੈਡੀਸਨ ਵਗੈਰਾ ਤੁਸੀਂ ਕਿੱਥੋਂ ਸਿਵਲ ਹਸਪੀਟਲ 'ਚੋਂ ਲੈ ਕੇ ਆਉਂਦੇ ਹੋ, ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਜਾਂ ਫਿਰ ਤੁਸੀਂ ਖੁਦ ਖਰੀਦ ਕੇ ਲੈ ਕੇ ਆਉਂਦੇ? ਦੇਖੋ ਜੀ, ਕੁਛ ਸਾਨੂੰ ਖਰੀਦਣੀ ਵੀ ਪੈਂਦੀ ਆ, ਦਾਨੀ ਵੀ ਸੱਜਣ ਵੀ ਆ ਕੇ ਦੇ ਜਾਂਦੇ ਆ ਮੈਡੀਸਨ, ਕਿਉਂਕਿ ਪਹਿਲਾਂ ਤਾਂ ਸਾਨੂੰ 2011 ਤੋਂ ਲੈ ਕੇ 2015 ਤੱਕ ਕੋਈ ਬਹੁਤਾ ਨਹੀਂ ਮਿਲਿਆ ਸੰਯੋਗ ਜੀ, ਕਿਉਂਕਿ ਇਨਸਾਨ ਨੂੰ ਦੋ ਗੱਲਾਂ ਦਿਮਾਗ 'ਚ ਪੈਂਦੀਆਂ ਵਾ। ਜੇ ਗਰੀਬ ਲੱਗ ਗਿਆ ਸੇਵਾ ਕਰਨ, ਉਹ ਖਾਣ ਨੂੰ ਲੱਗ ਗਿਆ ਜੀ। ਜੇ ਘਰੋਂ ਅਮੀਰ ਚਲਿਆ ਗਿਆ, ਇਹ 'ਚ ਬਹੁਤ ਵੱਡਾ ਬਿਜ਼ਨਸ ਆ ਵੀ ਕਿਉਂ ਗਿਆ ਜੀ, ਧੱਬਾ ਦੋਨੇ ਪਾਸੇ ਲੱਗਣਾ। ਧੱਬਾ ਦੋਨੇ ਪਾਸੇ ਲੱਗਣਾ ਵੀ ਇਹ ਕਿਉਂ ਗਿਆ, ਤੇ ਆਪਦੀ ਐਸ ਆਰਾਮ ਦੀ ਜ਼ਿੰਦਗੀ ਛੱਡ ਕੇ ਕਿਉਂ ਗਿਆ। ਇਹ 'ਚ ਬਿਜ਼ਨਸ ਆ ਬਹੁਤ ਵੱਡਾ, ਤਾਂ ਗਿਆ। 5 ਸਾਲ ਤਾਂ ਸਾਨੂੰ ਮਤਲਬ 2-4 ਹਜ਼ਾਰ ਰੁਪਈਆ ਮਤਲਬ ਆਉਣਾ ਮਹੀਨੇ ਦਾ ਜੀ, ਹੈ ਇੰਨੀ ਕੁ ਆਉਂਦੀ ਹੁੰਦੀ ਦਕਸ਼ਨਾ। ਅਤੇ ਉਸ ਤੋਂ ਬਾਅਦ ਜਦੋਂ ਸੰਗਤ ਆਉਂਦੀ ਰਹੀ, ਸਮਝਦੀ ਰਹੀ, ਕਿਉਂਕਿ ਜਿਹੜੀ ਸੱਚਾਈ ਆ ਨਾ, ਤੁਸੀਂ ਇਹਨੂੰ ਦਬਾ ਨਹੀਂ ਸਕਦੇ, ਕੋਈ ਵੀ ਹੋਵੇ। ਸੱਚਾਈ ਦੇ ਬੂਟੇ ਦੀਆਂ ਜੜ੍ਹਾਂ ਹੁੰਦੀਆਂ ਮਜ਼ਬੂਤ, ਬਹੁਤ ਉਹਨੂੰ ਟਾਈਮ ਲੱਗਦਾ, ਕਿਉਂਕਿ ਸੱਚ ਬੋਲੋਗੇ ਨਾ ਤੇ ਤੁਹਾਨੂੰ 10 ਰੁਪਈਏ ਹੀ ਮਿਲਣੇ ਆ, ਭਾਵੇਂ ਅਸੀਂ ਹੋਈਏ। ਤੁਸੀਂ ਸਾਨੂੰ ਸੱਚ ਬੋਲ ਕੇ ਕਹੋਗੇ, ਅਸੀਂ ਤੁਹਾਨੂੰ 10 ਰੁਪਈਏ ਦੇਵਾਂਗੇ, ਕਿਉਂਕਿ ਜਿਹੜਾ ਸੱਚ ਹੁੰਦਾ ਨਾ, ਉਹ ਹਾਜ਼ਮ ਬਹੁਤ ਘੱਟ ਆਉਂਦਾ। ਸੱਚ ਦਾ ਟਾਈਮ ਬਾਅਦ ਪਤਾ ਲੱਗਦਾ। ਤੇ ਹੁਣ ਤਾਂ ਅਕਾਲ ਪੁਰਖ ਦੀ ਕਿਰਪਾ ਜੀ, ਸੰਗਤ ਜੁੜੀ ਹੋਈ ਆ, ਸੰਯੋਗ ਦੇ ਰਹੀ ਹੈ। ਯਾਨੀ ਸੰਗਤ ਦੇ ਸੰਯੋਗ ਨਾਲ ਤੁਸੀਂ ਚਲਾ ਰਹੇ ਹੋ, ਸਰਕਾਰ ਕੋਈ ਸਪੋਰਟ ਨਹੀਂ ਕਰ ਰਹੀ? ਨਾ, ਸਰਕਾਰ ਦਾ ਅਸੀਂ ਕੰਮ ਕਰ ਰਹੇ ਹਾਂ ਜੀ, ਸਰਕਾਰ ਦਾ ਕੰਮ ਹੀ ਆ, ਪਰ ਕਰੀਏ ਕੀ, ਕੋਈ ਸਪੋਰਟ ਨਹੀਂ ਗੀ। ਨਾ ਹੀ ਅਸੀਂ ਵਕਤ ਗਵਾਉਣਾ ਚਾਹੁੰਦੇ ਹਾਂ, ਜਿਹੜਾ ਉਹ ਸਮਾਂ ਵਾ ਉਹ ਸੇਵਾ 'ਚ ਲਾ ਲਈਏ। ਘੜੀ ਦਾ ਕੀ ਪਤਾ ਵਾ, ਕਿਦੋਂ ਘੜੀ ਨੇ ਆਵਾਜ਼ ਮਾਰ ਲੈਣੀ ਆ, ਇਹ ਰੂਹਾਂ ਨੇ ਉੱਡ ਜਾਣਾ। ਬਿਲਕੁਲ, ਬਹੁਤ ਵੱਡੀ ਗੱਲ ਆ। ਪਰ ਜੇ ਗੱਲ ਕਰੀਏ, ਤੁਸੀਂ ਕਹਿੰਦੇ ਸੰਗਤ ਦੇ ਸਹਿਯੋਗ ਨਾਲ ਤੁਸੀਂ ਸਾਰਾ ਜੇ ਉਹ ਖਰਚ ਚਲਾਉਂਦੇ ਹੋ, ਮਹੀਨੇ ਦੀ ਐਵਰੇਜ ਕਿੰਨੀ ਕੁ ਮੈਡੀਸਨ ਲੱਗ ਜਾਂਦੀ? ਕਿਉਂਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਤੁਹਾਡੇ ਕੋਲ ਗਊਆਂ। ਕੋਲੀਆ ਸਾਹਿਬ ਬਈ, ਜਿਹੜਾ ਹਸਪੀਟਲ ਦਾ ਨਾਂ ਹੁੰਦਾ ਨਾ, ਹਰ ਇੱਕ ਚੀਜ਼ ਤੇ ਖਰਚਾ, ਬਸ ਇਹ ਸਮਝ ਲਓ। ਹਰ ਇੱਕ ਚੀਜ਼ ਜ਼ਰੂਰੀ ਆ। ਜਿਹੜੀਆਂ ਹਜੇ ਹੋਰ ਸੇਵਾ 'ਚ ਤੁਸੀਂ ਘਟਾ ਵਧਾ ਸਕਦੇ ਆ, ਇਹ 'ਚ ਘਟਾ ਵਧਾ ਨਹੀਂ, ਵੱਧ ਸਕਦੀ ਹੈ, ਘਟਾ ਨਹੀਂ ਸਕਦੀ। ਘੱਟੋ ਘੱਟ 7-8 ਲੱਖ ਰੁਪਈਆ ਮਹੀਨੇ ਦਾ ਖਰਚਾ ਵਾ, ਘੱਟੋ ਘੱਟ। ਕੱਲੀ ਮੈਡੀਸਨ ਦਾ ਜਾਂ ਫਿਰ ਹੋਰ? ਨਾ, ਸਾਰਾ ਮਿਲਾ ਕੇ। ਹੋਰ ਸਭ ਤੋਂ ਵੱਧ ਕਿਹੜੇ ਮਟੀਰੀਅਲ ਦੀ ਤੁਹਾਨੂੰ ਜ਼ਰੂਰਤ ਪੈਂਦੀ ਆ? ਮੇਰਾ ਖਿਆਲ ਫੀਡ ਦੀ ਤਾਂ ਨਹੀਂ ਜ਼ਰੂਰਤ ਪੈਂਦੀ ਹੋਣੀ, ਕਿਉਂਕਿ ਇਹ ਸਾਰੇ ਜਿਹੜੇ ਜਾਨਵਰ ਹੈਗੇ ਆ, ਪਸ਼ੂ ਦੁੱਧ ਤਾਂ ਨਹੀਂ ਦਿੰਦੇ ਹੋਣਗੇ। ਨਹੀਂ, ਦਾਣਿਆਂ ਦੀ ਸਾਨੂੰ ਬਹੁਤੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਪੈਣਾ ਦਾ ਪੈਂਦਾ ਹੀ ਦਾਣਾ। ਮੰਨ ਲਓ ਹੁਣ 100 ਗਊ ਆ, ਅੱਜ ਮਹੀਨਾ ਹੋ ਗਿਆ, ਹੁਣ 20 ਦਿਨ ਹੋ ਗਏ, ਹਰਾ ਚਾਰਾ ਹੈ ਨਹੀਂ। ਲਗਭਗ 3-4 ਬੋਰੀਆਂ, 2 ਕੁਇੰਟਲ ਤਾਂ ਪੈਣਾ, 2 ਕੁਇੰਟਲ 4000 ਦਾ, ਪਰ ਅਸੀਂ ਲੈ ਕੇ ਨਹੀਂ ਆਉਂਦੇ, ਤੁਹਾਨੂੰ ਦੱਸੀਏ, ਕਿਉਂਕਿ ਸਾਨੂੰ ਸੰਗਤ ਹੀ ਦੇ ਜਾਂਦੀ ਆ। ਇਹਦੀ ਮੈਡੀਸਨ ਹੋ ਗਿਆ, ਡੀਜ਼ਲ ਖਰਚਾ ਹੋ ਗਿਆ, ਤੇ ਆਪਣੇ ਜਿਹੜੇ 34 ਸੇਵਾਦਾਰ ਰੱਖੇ ਆ ਉਹਨਾਂ ਦਾ ਖਰਚਾ ਹੋ ਗਿਆ। ਅਨੇਕਾਂ ਹੀ ਖਰਚੇ ਆ ਜਿਹੜੇ ਮਤਲਬ ਜਿਹੜੇ ਸਾਡੇ ਯਾਦ ਨਹੀਂ, ਜਿਹੜੇ ਆ ਜਾਂਦੇ ਨੇ। ਜੇ ਗੱਲ ਡਾਕਟਰਾਂ ਦੀ ਕਰੀਏ, ਕਿਉਂਕਿ ਆਮ ਇਨਸਾਨ ਦਾ ਕੰਮ ਨਹੀਂ ਮੈਡੀਸਨ ਪੜ੍ਹ ਕੇ, ਉਹਨੂੰ ਦੇਖ ਕੇ ਕੀ ਇਸ ਦਾ ਇਲਾਜ ਕਿਵੇਂ ਹੋ ਸਕਦਾ ਹੈ, ਕੀ ਬਿਮਾਰੀ ਆ, ਕਿਸ ਤਰ੍ਹਾਂ ਦੀ ਸੱਟ ਵੱਜੀ ਆ, ਕੀ ਇਹਨੂੰ ਹੋਰ ਕੀ ਪ੍ਰੋਬਲਮ ਆ, ਜਾਨਵਰ ਨੂੰ ਦੇਖ ਕੇ ਹੀ ਆਪਾਂ ਮੈਡੀਸਨ ਦੇ ਸਕਦੇ ਹਾਂ। ਕੀ ਤੁਹਾਡੇ ਨਾਲ ਡਾਕਟਰ ਪੱਕੇ ਜੁੜੇ ਆ ਜਾਂ ਤੁਹਾਡੇ ਸਟਾਫ ਦੇ ਵਿੱਚ ਭਰਤੀ ਕੀਤੇ? ਸਾਡੇ ਡਾਕਟਰ ਜੀ, ਜਦੋਂ ਅਸੀਂ 2011 'ਚ ਇੱਥੇ ਸੇਵਾ ਸ਼ੁਰੂ ਕੀਤੀ ਸੀ, ਤੀਜੇ ਕੁ ਦਿਨ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਸਾਡੇ ਕੋਲ ਆ ਗਏ ਸੀਗੇ। ਬਾਕੀ ਸਾਡੇ ਜਿਵੇਂ ਲੁਧਿਆਣੇ ਡਾਕਟਰ ਹੈਗੇ ਆ, ਜਗਰਾਉਂ ਹੈਗੇ ਆ ਸਾਡੇ, ਉਹਨਾਂ ਦੇ ਫੋਨਾਂ ਨਾਲ ਸੰਪਰਕ ਰਹਿੰਦੇ ਆ, ਜਾਂ ਅਸੀਂ ਬੁਲਾਉਂਦੇ ਆ ਤਾਂ ਆ ਜਾਂਦੇ ਆ। ਤੇ ਫਿਰ ਵੱਡੀ ਗੱਲ ਇਹ 'ਚ ਹੁੰਦੀ ਆ ਤਜਰਬਾ, ਬਈ ਤੁਹਾਨੂੰ ਇਲਾਜ ਦਾ ਕੰਮ ਆ, ਕਿਉਂਕਿ ਲੱਤ ਟੁੱਟ ਗਈ, ਕੋਈ ਵੀ ਆ, ਹਰ ਰੋਜ਼ ਤਜਰਬਾ। ਤੁਹਾਨੂੰ ਤਜਰਬਾ ਤਾਂ ਤੁਸੀਂ ਚੰਗੀ ਤਰ੍ਹਾਂ ਇਲਾਜ ਕਰ ਸਕਦੇ ਹੋ। ਜੀ ਬਿਲਕੁਲ। ਤਾਂ ਜਿਹੜੀ ਗੱਲ ਆਪਾਂ ਕਰਦੇ ਸੀ ਕਿ ਤੁਸੀਂ ਇਲਾਜ ਜਿਹੜਾ ਇਹਦਾ ਵੱਖ-ਵੱਖ ਤਰੀਕਿਆਂ ਨਾਲ ਕਰਵਾ ਰਹੇ ਹੋ, ਸੰਗਤ ਦੇ ਸਹਿਯੋਗ ਨਾਲ ਕਰਵਾ ਰਹੇ ਹੋ, ਪਰ ਹੁਣ ਪਿਛਲੇ ਸਮੇਂ ਦੌਰਾਨ ਮਹਾਮਾਰੀ ਦਾ ਜਿਹੜਾ ਬਹੁਤ ਵੱਡਾ ਦੌਰ ਚੱਲਿਆ, ਕੋਈ ਵੀ ਦੇਸ਼ ਉਸ ਬਿਮਾਰੀ ਨੇ ਬਖਸ਼ਿਆ ਨਹੀਂ ਹੈ। ਹਰ ਦੇਸ਼ ਦੇ ਵਿੱਚ ਉਹ ਬਿਮਾਰੀ ਚਲੀ ਗਈ, ਹਰ ਦੇਸ਼, ਹਰ ਪਿੰਡ, ਹਰ ਸ਼ਹਿਰ ਦੇ ਵਿੱਚ ਉਸ ਬਿਮਾਰੀ ਨੇ ਆਪਣੇ ਜਾ ਕੇ ਪੈਰ ਪਸਾਰੇ ਆ, ਤੇ ਦੇਸ਼ ਦੁਨੀਆ ਦੀਆਂ ਬ੍ਰੇਕਾਂ ਲਵਾਤੀਆਂ, ਸਾਰੇ ਕਾਰੋਬਾਰ ਠੱਪ ਹੋ ਗਏ ਆ, ਗੁਰੂ ਧਾਮ ਵੀ ਰੁਕ ਗਏ ਆ,
ਸੰਗਤ ਜਾਣੀ ਘਟ ਗਈ ਆ, ਮੰਦਿਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਸੰਗਤ ਜਾਣੀ ਘਟ ਗਈ ਆ, ਕੀ ਤੁਹਾਡੇ ਤੇ ਨਹੀਂ ਕੋਈ ਪ੍ਰਭਾਵ ਪਿਆ? ਕਿਉਂਕਿ ਤੁਹਾਡੇ ਕੋਲ ਸੈਂਕੜੇ ਗਊਆਂ ਪਹਿਲਾਂ ਸੀ, ਜ਼ਖਮੀ ਗਊਆਂ ਤਾਂ ਫਿਰ ਵੀ ਆਉਂਦੀਆਂ ਰਹੀਆਂ ਹੋਣੀਆਂ, ਹੁਣ ਵੀ ਤੁਸੀਂ ਦੱਸਦੇ ਆ ਕਿ ਹਰ ਰੋਜ਼ 5 ਦੇ ਲਗਭਗ ਜਿਹੜੀਆਂ ਗਊਆਂ ਤੁਸੀਂ ਜ਼ਖਮੀ ਲੈ ਕੇ ਆ ਰਹੇ ਹੋ। ਤੁਹਾਡੇ ਜਿਹੜੇ ਇਸ ਹਸਪੀਟਲ ਤੇ ਕੋਈ ਮਹਾਮਾਰੀ ਦੌਰਾਨ, ਲੋਕ ਡਾਊਨ ਦੌਰਾਨ, ਤਾਲਾਬੰਦੀ ਦੌਰਾਨ ਕੋਈ ਪ੍ਰਭਾਵ ਤਾਂ ਨਹੀਂ ਪਿਆ? ਸੇਵਾਦਾਰ ਜੀ, ਬਈ ਮੈਦਾਨ ਹੁੰਦਾ ਇੱਕ ਲੜਾਈ ਦਾ, ਮੈਦਾਨ 'ਚ ਜਿਹੜਾ ਭੱਜ ਗਿਆ ਉਹ ਗਦਾਰ ਹੋ ਜਾਂਦਾ, ਜਿਹੜਾ ਲੜਦੇ ਲੜਦੇ ਸ਼ਹੀਦ ਹੋ ਗਿਆ। ਜੰਗ ਜਿੱਤੇ ਨਾ ਜਿੱਤੇ, ਪਰ ਉਹ ਸ਼ਹੀਦਾਂ 'ਚ ਗਿਣਿਆ ਜਾਂਦਾ। ਪਰ ਬਾਬਾ ਹੀਰਾ ਹਸਪਤਾਲ ਨੇ ਸੇਵਾ ਉਸੇ ਤਰ੍ਹਾਂ ਹੀ ਰੱਖੀਆਂ ਵਾ, ਕਿਉਂਕਿ ਲੋਕਡਾਊਨ ਹੋਣ ਨਾਲ ਬਿਮਾਰੀ ਆਉਣ ਕਾਰਨ ਬਿਲਕੁਲ ਹੀ ਇਨਕਮ ਬੰਦ ਹੋ ਚੁੱਕੀ ਹੈ ਜੀ। ਕਿਉਂਕਿ 7-8 ਲੱਖ ਤੱਕ 8 ਲੱਖ ਰੁਪਏ ਦਾ ਸਾਡਾ ਘੱਟੋ ਘੱਟ ਹਸਪੀਟਲ ਦਾ ਖਰਚਾ ਹੋ ਗਿਆ ਜੀ। 8-9 ਲੱਖ ਸਾਡਾ ਆਧਾਰ ਚੱਲਦਾ ਹੁੰਦਾ ਜੀ, ਜਿਹੜਾ ਪੈਟਰੋਲ ਪੰਪ, ਮੈਡੀਸਨ, ਕਿ ਅਨੇਕਾਂ ਆਧਾਰ ਆ ਜਿਹੜੇ ਦੇਣੇ ਹੁੰਦੇ ਆ। ਘੱਟੋ ਘੱਟ 4 ਲੱਖ ਤੂੜੀ ਦਾ ਆ ਜਾਂਦਾ ਅੱਜ ਕੱਲ੍ਹ ਸਾਡਾ। ਜਿਹੜਾ ਅਸੀਂ ਉਹ ਪਿੰਡਾਂ 'ਚ ਪੜਾਉਣ ਲੱਗੇ ਹੁੰਦੇ ਆ, ਉੱਥੋਂ 12-12 ਹਜ਼ਾਰ ਤੇ ਜਿਹੜੇ ਸੇਵਾਦਾਰ ਰੱਖੇ ਹੁੰਦੇ ਆ, ਉਹ ਤੂੜੀ ਨੂੰ ਇਕੱਠਾ ਕਰਨਾ, ਇਹਨਾਂ ਲਈ ਸਾਲ ਲਈ ਸਟਾਕ ਕਰਨਾ। 17-18 ਲੱਖ ਰੁਪਈਏ 'ਚ ਸਾਨੂੰ ਲੋਕਡਾਊਨ ਦੇ ਕਾਰਨ ਇਹ ਮਤਲਬ ਲਾਸ ਹੋ ਚੁੱਕਾ ਵਾ। ਪਰ ਬਾਬਾ ਹੀਰਾ ਹਸਪਤਾਲ ਉਸੇ ਤਰ੍ਹਾਂ ਹੀ ਸੇਵਾ ਚੱਲ ਰਿਹਾ, ਕਿਉਂਕਿ ਇਹ ਸੇਵਾ ਨਹੀਂ ਨਾ ਬੰਦ ਕਰ ਸਕਦੇ। ਮੈਂ ਨਹੀਂ ਕਹਿੰਦਾ ਸਾਰੀ ਸੇਵਾ ਚੰਗੀਆਂ ਵਾ, ਮੰਦਰ ਵਾਲਾ ਵੀ ਬੰਦ ਕਰ ਸਕਦਾ, ਗੁਰਦੁਆਰਾ ਵਾਲਾ ਵੀ, ਚਲੋ ਪ੍ਰਸ਼ਾਸਨ ਦਾ ਕਹਿਣਾ ਮੰਨਣਾ ਪੈਣਾ ਹੈ ਨਾ। ਅਤੇ ਕੋਈ ਡੇਰੇ ਵਾਲਾ ਵੀ ਭਾਈ ਜਿੰਨੀ ਬਈ ਮੈਂ ਲੰਗਰ ਲਾਤਾ, ਜਿੰਨੀ ਮੇਰੇ ਕੋਲ ਦਕਸ਼ਨਾ ਸੀ ਉਨੀ ਲਾਤੀ, ਵੀ ਹੁਣ ਸਾਡੇ ਕੋਲ ਨਹੀਂ ਜੀ। ਸੰਸਥਾ ਵੀ ਕਹਿ ਸਕਦੀ ਆ ਬਈ ਜਿੰਨੀ ਸਾਡੇ ਕੋਲ ਦਕਸ਼ਨਾ ਆਈ ਸੀ NRIਆਂ ਦੀ ਜਾਂ ਦੇਸ਼ ਵਿਦੇਸ਼ ਤੇ, ਉਨੇ ਅਸੀਂ ਕਰਤੀ ਸੇਵਾ ਜੀ। ਪਰ ਗਊਆਂ ਤਾਂ ਉਨੀਆਂ ਨਾ, ਗਊਆਂ ਉਨੀਆਂ ਤੁਰੀਆਂ ਫਿਰਦੀਆਂ, ਬਿਮਾਰ ਵੀ ਉਨੀਆਂ ਹੁੰਦੀਆਂ। ਗਊਆਂ ਤਾਂ ਲੋਕਡਾਊਨ ਨਹੀਂ, ਜੇ ਕੋਈ ਕਾਲ ਕਰਦਾ ਅਸੀਂ ਕਹਾਂਗੇ ਸਾਡੇ ਕੋਲ ਮਾਇਆ ਨਹੀਂ। ਸਾਡੇ ਕੋਲ ਤਾਂ ਉਸੇ ਤਰ੍ਹਾਂ ਹੀ ਸੇਵਾ ਚੱਲ ਰਹੀਆਂ ਵਾ, ਉਸੇ ਤਰ੍ਹਾਂ ਹੀ ਬਾਬਾ ਹੀਰਾ ਹਸਪਤਾਲ ਸੇਵਾ ਚਲਾ ਰਿਹਾ ਵਾ, ਅਤੇ ਬਾਕੀ ਅਕਾਲ ਪੁਰਖ ਕਿਰਪਾ ਕਰੂਗਾ। ਜਿਵੇਂ ਤੁਸੀਂ ਦੱਸਦੇ ਸੀ ਕਿ 17 ਲੱਖ ਦਾ ਆਧਾਰ ਮਟੀਰੀਅਲ ਚੱਕ ਕੇ ਗਊਆਂ ਤੇ ਲਾ ਚੁੱਕੇ ਹੋ, 17 ਲੱਖ ਦੇ ਲਗਭਗ ਤੁਸੀਂ ਦੱਸਦੇ ਸੀ। ਪਰ ਲੋਕਡਾਊਨ ਲੰਮਾ ਸਮਾਂ ਚੱਲ ਸਕਦਾ, ਤਾਲਾਬੰਦੀ ਲੰਮਾ ਟਾਈਮ ਚੱਲ ਸਕਦਾ, ਕਰਫਿਊ ਲੰਮਾ ਟਾਈਮ ਚੱਲ ਸਕਦਾ, ਕਿਉਂਕਿ ਮਹਾਮਾਰੀ ਜਿਹੜੀ ਵੱਧ ਰਹੀ ਆ, ਪੇਸ਼ੈਂਟਾਂ ਦੀ ਗਿਣਤੀ ਵੱਧ ਰਹੀ ਆ। ਕੀ ਇਸੇ ਤਰ੍ਹਾਂ ਚੱਲਦੀ ਰਹੂ ਸੇਵਾ? ਪ੍ਰਭਾਵ ਤਾਂ ਨਹੀਂ ਪੈਂਦਾ, ਰੁਕਦੀ ਤਾਂ ਨਹੀਂ? ਕਿੰਨਾ ਕੁ ਤੁਸੀਂ ਆਧਾਰ ਚੱਕ ਕੇ ਲਾਈ ਜਾਓਗੇ? ਫਕੀਰੀ ਇਹ ਕਹਿੰਦੀ ਆ ਜੀ, ਫਕੀਰੀ ਇਹ ਨਹੀਂ ਕਹਿੰਦੀ ਬਈ ਵੱਡੀਆਂ ਵੱਡੀਆਂ ਬਿਲਡਿੰਗਾਂ ਪਾ ਲਓ। ਫਕੀਰੀ ਇਹ ਕਹਿੰਦੀ ਆ ਜੇ ਤੇਰੇ ਕੋਈ ਸਤੀਰੀ ਲੱਗੀ ਆ ਨਾ ਥੱਲੇ, ਕੋਈ ਸਪੋਰਟ ਲੱਗੀ ਆ, ਸਤੀਰੀ ਤਾਂ ਕਿਉਂਕਿ ਪੁਰਾਣਾ ਲਫ਼ਜ਼ ਆ ਨਾ, ਬੱਚਿਆਂ ਨੂੰ ਸਮਝ, ਸਪੋਰਟ ਲੱਗੀ ਆ, ਤੇਰੇ ਸਪੋਰਟ ਲੱਗੀ ਆ, ਤਾਂ ਉਹ ਸਪੋਰਟ ਨੂੰ ਕੋਈ ਮੰਗਣਾ ਗਿਆ, ਤੂੰ ਉਸ ਨੂੰ ਮੋੜਨਾ, ਉਸ ਨੂੰ ਲਾ ਕੇ ਦੇ ਦੇ, ਅਗਲੀ ਦੀ ਚਿੰਤਾ ਨਾ ਕਰ। ਤੇ ਆਪਦੀ ਸਤੀਰੀ ਡਿੱਗ ਪੂ ਜੀ, ਆਪਦੀ ਛੱਤ ਡਿੱਗ ਪੂਗੀ, ਆਪਦੀ ਛੱਤ ਵੀ ਬਚਾਉਣੀ ਜ਼ਰੂਰੀ ਹੁੰਦੀ ਹੈ। ਦੇਖੋ ਜੀ, ਜਦੋਂ ਅਸੀਂ ਸ਼ੁਰੂ ਕੀਤਾ ਵਾ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਸਾਰੇ ਜੀ, ਦੁੱਧ ਤੁਸੀਂ ਨਹੀਂ ਵੇਚਦੇ, ਹੈਲਪਲਾਈਨ ਤੁਸੀਂ ਜਾਰੀ ਕਰਤੀ, ਹੈਲਪਲਾਈਨ ਤੇ ਪੈਸੇ ਦੀ ਤੁਸੀਂ ਡਿਮਾਂਡ ਨਹੀਂ ਰੱਖੀ, ਕਿਸ ਤਰ੍ਹਾਂ ਚੱਲੂਗਾ? ਪਰ ਜਿਹੜੀ ਸੰਗਤ ਆ ਰੱਬ ਦਾ ਰੂਪ, ਜ਼ਰੂਰ ਸੰਯੋਗ ਦਊਗੀ, ਸਾਨੂੰ ਆਸ ਆ, ਤੇ ਇਹ ਸਾਡੇ ਨਾਲ ਬਹੁਤ ਵੱਡਾ ਸੰਯੋਗ ਦਊਗੀ। ਇਹ ਤਾਂ ਇੱਕ ਪਲਕ ਦਾ 18 ਕਰੋੜ ਵੀ ਹੋ ਜੇ ਨਾ, ਜੇ ਵਾਹਿਗੁਰੂ ਦੀ ਕਿਰਪਾ ਹੋ ਜੇ, ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਹੀਰਾ ਸਿੰਘ ਦੀਦੀਵਾਲ ਜੀ, ਇੱਕ ਝਪਕ ਨਾ, ਇੱਕ ਪਲਕ ਨਾ, ਇਹ ਸਾਰਾ ਕੁਝ ਲੈ ਜਾਣਾ ਵਾ ਜੀ। ਬਿਲਕੁਲ, ਅਸੀਂ ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ। ਤੁਸੀਂ ਕਿਹਾ 18 ਲੱਖ ਦੀ ਥਾਂ 18 ਕਰੋੜ ਹੋ ਜੇ, ਅਸੀਂ ਸੇਵਾ ਤਾਂ ਵੀ ਨਹੀਂ ਰੋਕਾਂਗੇ। ਅਸੀਂ ਤੁਹਾਡੀ ਇਸ ਸੋਚ ਨੂੰ ਸਲਾਮ ਕਰਦੇ ਹਾਂ। ਪਰ ਨਾਲ ਦੀ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ, ਸੰਗਤ ਤੁਹਾਡੇ ਤੋਂ ਪਿਛਾਂਹ ਨਹੀਂ ਹਟਦੀ। ਜੇ ਤੁਸੀਂ ਵੱਡਾ ਜਿਗਰਾ, ਵੱਡਾ ਹੌਸਲਾ ਕਰਕੇ ਇੱਥੇ ਸੇਵਾ ਭਾਵਨਾ ਨੂੰ ਸਮਰਪਿਤ ਹੋ ਕੇ 34 ਸੇਵਾਦਾਰ ਲੱਗੇ ਹੋ, ਸੰਗਤ ਵੀ ਤੁਹਾਡੇ ਤੋਂ ਪਿਛਾਂਹ ਨਹੀਂ ਹਟੂਗੀ। ਜੇਕਰ ਲੋਕਬੰਦੀ ਦੌਰਾਨ, ਕਰਫਿਊ ਦੌਰਾਨ ਸੰਗਤ ਤੁਹਾਡੀ ਸੇਵਾ ਤੇ ਸੰਯੋਗ ਬਹੁਤ ਕਰਨਾ ਚਾਹੁੰਦੀ ਹੋਊਗੀ, ਮਦਦ ਬਹੁਤ ਕਰਨਾ ਚਾਹੁੰਦੀ ਹੋਊ ਸੰਗਤ, ਕਿ ਹੈਲਪ ਕਰ ਦਈਏ, ਖਾਸ ਤੌਰ ਤੇ ਜਿਹੜੀਆਂ ਗਊਆਂ ਲਵਾਰਸ ਨੇ, ਜ਼ਖਮੀ ਨੇ, ਇਹਨਾਂ ਵਾਸਤੇ ਤਾਂ ਬਹੁਤ ਸੰਗਤ ਤਿਆਰ ਹੋਊਗੀ। ਪਰ ਕਰਫਿਊ ਦੌਰਾਨ ਸੰਗਤ ਤੁਹਾਡੀ ਸਪੋਰਟ ਕਰੇ ਕਿੱਦਾਂ? ਕੋਈ ਕਿਸੇ ਨੇ ਫੀਡ ਭੇਜਣੀ ਆ, ਕਿਸੇ ਨੇ ਮੈਡੀਸਨ ਭੇਜਣੀ ਆ, ਕਿਸੇ ਨੇ ਨਗਦ ਰਾਸ਼ੀ ਭੇਜਣੀ ਆ, ਸਪੋਰਟ ਕਰੂ ਕਿੱਦਾਂ ਤੁਹਾਡੀ? ਜੇ ਕਿਸੇ ਸੇਵਾਦਾਰ ਨੇ ਮੈਡੀਸਨ ਘੱਲਣੀ ਆ ਕਿਤੇ ਵੀ ਹੈ ਨਾ, ਉਹ ਉੱਥੇ ਸਾਨੂੰ ਕਾਲ ਕਰ ਸਕਦਾ ਵਾ। ਜੇ ਮਾਇਆ ਕਿਸੇ ਨੇ ਸੇਵਾਦਾਰ ਨੇ ਸਾਨੂੰ ਦੇਣੀ ਆ, ਸਾਡਾ UPI ਚੱਲਦਾ ਜੀ, PTM ਚੱਲਦਾ, ਉਹਦੇ ਰਾਹੀਂ ਤੁਸੀਂ ਦੇ ਸਕਦੇ ਆ। ਮੰਨ ਲਓ ਤੁਸੀਂ, ਅਸੀਂ ਜ਼ਿਆਦਾ ਨਹੀਂ ਕਹਿੰਦੇ, ਤੁਸੀਂ 1 ਰੁਪਈਆ ਹੀ ਦੇ ਦਿਓ ਜੀ। ਮੰਨ ਲਓ ਆਪਾਂ 1000 ਨੇ 1 ਰੁਪਈਆ ਦੇਤਾ, 1000 ਹੋ ਗਿਆ। ਜੇ 10 ਨੇ ਦੇਤਾ 10 ਹੋ ਗਿਆ, ਜੇ ਲੱਖ ਨੇ ਦੇਤਾ
ਲੱਖ ਹੋ ਗਿਆ, ਜੇ 10 ਲੱਖ ਨਹੀਂ ਦਿੱਤਾ 10 ਲੱਖ ਦੇ ਦੇਗਾ, ਕਿਉਂਕਿ ਸਭ ਦੀ ਹੀ ਮੁਸ਼ਕਲਾਂ ਵਾ। ਅਸੀਂ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਡੇ UPI ਰਾਹੀਂ ਕਿਤੇ ਵੀ ਬੈਠੇ ਆ ਤੁਸੀਂ ਇੰਡੀਆ 'ਚ ਭਾਰਤ 'ਚ, ਤੁਸੀਂ ਸਾਡੇ UPI ਰਾਹੀਂ ਪਾ ਸਕਦੇ ਆ। ਸਾਡੇ ਬਾਬਾ ਹੀਰਾ ਹਸਪੀਟਲ ਵੈਬਸਾਈਟ ਆ, ਉੱਤੇ ਸਲਿੱਪ ਵੀ ਕਟਾ ਸਕਦੇ ਆ। ਬਾਬਾ ਹੀਰਾ ਹਸਪੀਟਲ ਪੇਜ ਆ, ਉਸ 'ਤੇ ਜਾ ਕੇ ਤੁਸੀਂ ਦੇ ਸਕਦੇ ਆ। ਬਾਬਾ ਹੀਰਾ ਹਸਪੀਟਲ ਚੈਨਲ ਆ, ਉਸ 'ਤੇ ਜਾ ਕੇ ਦੇ ਸਕਦੇ ਆ। ਤੁਸੀਂ ਘਰੇ ਹੀ ਬੈਠੇ 1 ਰੁਪਈਆ ਜ਼ਰੂਰ ਦਾਨ ਕਰੋ। ਇਹ ਨਾ ਸੋਚੋ ਯਾਰ ਸਾਡੇ 1 ਰੁਪਈਆ ਨਾਲ ਕੀ ਹੋ ਜੂ, ਬਸ ਤੁਸੀਂ ਇਹ ਸੋਚਣਾ ਵੀ ਅਸੀਂ ਬਾਬਾ ਹੀਰਾ ਹਸਪੀਟਲ ਨੂੰ 1 ਰੁਪਈਆ ਦੇਣਾ ਵਾ। ਤੁਸੀਂ ਇੱਕ ਨਹੀਂ ਦੇ ਰਹੇ, ਤੁਸੀਂ ਲੱਖ ਰੁਪਈਆ ਦੇ ਰਹੇ ਆ, ਕਿਉਂਕਿ ਲੱਖ ਇਨਸਾਨ ਨੇ ਦਿੱਤਾ, ਲੱਖ ਦੇ ਵਿੱਚ ਤੁਸੀਂ ਆ ਨਾ, ਲੱਖ ਰੁਪਈਆ ਹੋ ਗਿਆ ਨਾ। ਜੇ ਵਿਦੇਸ਼ ਵਿੱਚ ਬੈਠੇ ਆ ਉਹ $1 ਦੇਣ, ਅਸੀਂ ਜ਼ਿਆਦਾ ਨਹੀਂ ਕਹਿੰਦੇ, ਉਹਨਾਂ ਤੇ ਵੀ ਬਹੁਤ ਪਰੇਸ਼ਾਨੀਆਂ ਵਾ। ਦੇਖੋ ਤੁਸੀਂ ਲੱਖਾਂ ਰੁਪਈਆ ਦਿੰਦੇ ਆ, ਕਿੱਥੇ ਬਾਬਿਆਂ ਨੂੰ ਦਿਓ, ਕਿੱਥੇ ਜਗ੍ਹਾ ਤੇ ਦਿਓ, ਕਿੱਥੇ ਮਰਜ਼ੀ ਦਿਓ। 1 ਲੱਖ NRI ਨੇ ਦਿੱਤਾ, 1 ਲੱਖ ਰੁਪਈਆ ਹੋ ਗਿਆ ਨਾ, 40 ਲੱਖ ਹੋ ਗਿਆ, 50 ਲੱਖ ਹੋ ਗਿਆ ਘੱਟੋ ਘੱਟ। ਇੱਕ ਰੁਪਈਆ ਪਤਾ ਵੀ ਨਹੀਂ ਨਾ ਲੱਗਿਆ, ਸਿਰਫ $1 ਦੇਣਾ ਵਾ। $1 ਤੁਸੀਂ ਕਿਸੇ ਤੁਹਾਡਾ ਇੱਥੇ ਜਦੋਂ ਤੁਸੀਂ ਸਾਨੂੰ ਘੱਲ ਸਕਦੇ ਆ, ਤੁਹਾਡਾ ਇੱਥੇ ਭੈਣ ਭਾਈ ਆ ਉਹਨੂੰ ਕਹਿ ਸਕਦੇ ਆ, ਉਹ ਸਾਨੂੰ UPI ਰਾਹੀਂ ਪਾ ਸਕਦਾ, ਜਿਸ ਤਰ੍ਹਾਂ ਵੀ ਹੈਗੇ ਸਾਡੇ ਫੋਨ ਤੇ ਵੀ ਸੰਪਰਕ ਕਰ ਸਕਦੇ ਆ। ਜੀ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਭਾਈ ਸਾਹਿਬ ਆਪਾਂ ਕਰੀਏ, ਸਭ ਤੋਂ ਵੱਡੀ ਚੀਜ਼ ਦੀ ਜ਼ਰੂਰਤ ਕਿਹੜੀ ਪੈਂਦੀ ਹੈ ਜਿਹੜੀ ਇਸ ਟਾਈਮ ਇਸ ਸਮੇਂ ਕਰਫਿਊ ਦੌਰਾਨ ਤੁਹਾਨੂੰ ਸਭ ਤੋਂ ਵੱਡੀ ਮੁਸ਼ਕਲ ਹੈ, ਸਭ ਤੋਂ ਵੱਡੀ ਚੀਜ਼ ਦੀ ਜ਼ਰੂਰਤ ਪੈਂਦੀ ਆ, ਸੰਗਤ ਤੁਹਾਡਾ ਸਹਿਯੋਗ ਕਰਨਾ ਚਾਹੁੰਦੀ ਹੋਵੇ, ਉਸ ਚੀਜ਼ ਦੀ ਤਾਂ ਸੰਗਤ ਇੱਥੇ ਜਿਹੜੀ ਮਦਦ ਕਰ ਸਕੇ? ਜ਼ਰੂਰਤਾਂ ਤਾਂ ਸਾਨੂੰ ਹੀ ਦੱਸਣੀਆਂ ਪੈਣੀਆਂ ਜੀ, ਕੀ ਕਰੀਏ, ਇਹ ਬੋਲ ਕੇ ਨਹੀਂ ਦੱਸ ਸਕਦੇ। ਨਾ ਸਾਡੀ ਬਿੱਲੀ ਬੋਲ ਕੇ ਦੱਸ ਸਕਦੀ ਆ, ਨਾ ਸਾਡੀ ਘੋੜੀ ਬੋਲ ਕੇ ਦੱਸ ਸਕਦੀ ਆ, ਨਾ ਗਊ ਬੋਲ ਕੇ ਦੱਸ ਸਕਦੀ ਆ, ਨਾ ਡੌਗ ਬੋਲ ਕੇ ਦੱਸ ਸਕਦੇ ਆ। ਬੋਲ ਕੇ ਸਾਨੂੰ ਦੱਸਦੇ ਆ। ਜ਼ਰੂਰਤਾਂ ਬਾਰੇ ਤਾਂ ਤੁਸੀਂ ਨਾ ਹੀ ਪੁੱਛੋ ਜੀ, ਕਿਉਂਕਿ ਇਹ ਤਾਂ ਅਕਾਲ ਪੁਰਖ ਦੀ ਕਿਰਪਾ ਜਿਹੜੀ ਦਿੱਦੜਤਾ ਨਾ ਉਹਦੀ ਦਿੱਤੀ ਹੋਈ ਚਲਾਈ ਜਾਂਦੇ ਆ। ਕਿਉਂਕਿ ਜਦੋਂ ਦਾ ਲੋਕਡਾਊਨ ਹੋਇਆ ਬਿਲਕੁਲ ਹੀ ਸਾਨੂੰ ਦਕਸ਼ਨਾ ਬੰਦ ਹੋ ਚੁੱਕੀ ਹੈ ਜੀ। ਇਹ ਧਿਆਨ 'ਚ ਹੀ ਨਹੀਂ ਨਾ ਜੀ, ਇਹ ਬਹੁਤ ਸੇਵਾਦਾਰਾਂ ਦੇ ਘੱਟ 'ਚ ਧਿਆਨ 'ਚ ਆਉਂਦਾ ਵਾ ਵੀ ਉਹਨਾਂ ਨੂੰ ਵੀ ਜ਼ਰੂਰਤਾਂ ਹੋਣਗੀਆਂ। ਬਿਲਕੁਲ ਹੈ ਵੀ ਉੱਥੇ ਵੀ ਬੇਜਵਾਨਿਆਂ ਦੀ ਹੁੰਦੀ ਆ ਸੇਵਾ। ਇਹ ਜ਼ਰੂਰਤ ਤਾਂ ਬਹੁਤ ਜ਼ਿਆਦਾ। ਨਹੀਂ, ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜੀ ਸਭ ਤੋਂ ਵੱਡੀ ਚੀਜ਼ ਦੀ ਜ਼ਰੂਰਤ ਆ, ਆਪਾਂ ਨੂੰ ਫੀਡ ਦੀ ਜ਼ਰੂਰਤ ਹੈ, ਮੈਡੀਸਨ ਦੀ ਜ਼ਰੂਰਤ ਹੈ, ਹਰੇ ਚਾਰੇ ਦੀ ਜ਼ਰੂਰਤ ਹੈ, ਤੂੜੀ ਦੀ ਜ਼ਰੂਰਤ ਹੈ, ਕੋਈ ਦਾਣੇ ਦੀ ਲੋੜ ਹੈ, ਕਿਸੇ ਚੀਜ਼ ਦੀ ਜਿਹੜੀ ਸਭ ਤੋਂ ਵੱਡੀ ਚੀਜ਼ ਦੀ ਜ਼ਰੂਰਤ ਹੈ, ਸੰਗਤ ਉਹ ਇੱਥੇ ਸੇਵਾ ਕਰ ਸਕੇ। ਮੈਂ ਤਾਂ ਪੁੱਛ ਰਿਹਾ। ਜ਼ਰੂਰਤ ਇਸ ਤਰ੍ਹਾਂ ਜੀ, ਦੇਖੋ ਸੰਗਤ ਮੈਡੀਸਨ ਵੀ ਦੇ ਸਕਦੀ ਆ, ਅਸੀਂ 2-4 ਏਕੜ ਜ਼ਮੀਨ ਤੇ ਲੈਂਦੇ ਆ ਮਾਮਲੇ ਤੇ ਉਹ ਵੀ ਦੇ ਸਕਦੀ ਆ। ਤੂੜੀ ਦਾ ਜਿਹੜਾ ਖਰਚਾ ਜਿਹੜਾ ਲੈ ਕੇ ਆਉਂਦੇ ਆ ਕਰਦੇ ਆ, ਤੇਲ ਦਾ ਉਹ ਵੀ ਦੇ ਸਕਦੀ ਆ। ਜੇ ਮੰਨ ਲਓ ਇੱਕ ਮੁਲਾਜ਼ਮ ਦੀ ਇੱਕ ਸੇਵਾਦਾਰ ਨੇ ਜਾਂ ਦੋ ਨੇ ਰਲ ਕੇ ਦਿੱਤੀ ਤਨਖਾਹ, ਉਹ ਵੀ ਦਿੱਤੀ ਜਾ ਸਕਦੀ ਆ ਹੈ। ਤੇ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਵਾ, ਬਿਜਲੀ ਦਾ ਬਿੱਲ ਦੇ ਸਕਦੇ ਆ, ਕਈ ਤਰ੍ਹਾਂ ਦੀਆਂ ਜ਼ਰੂਰਤਾਂ ਜਿਹੜੀਆਂ ਸਾਥੋਂ ਪੁੱਛ ਕੇ ਕਾਲ ਕਰਕੇ ਇਸ ਵਕਤ ਸਾਡੇ ਦਿਮਾਗ 'ਚ ਵੀ ਨਹੀਂ ਉਹ ਦੇ ਸਕਦੇ ਆ। ਕਿਉਂਕਿ ਸਾਡੀ ਐਂਬੂਲੈਂਸ ਵੀ ਇੱਕ ਆ, ਐਂਬੂਲੈਂਸ ਦਾ ਵੀ ਸਾਡਾ ਬਹੁਤ ਪ੍ਰੋਬਲਮ ਆ, ਕਿਉਂਕਿ ਸਾਨੂੰ ਕਾਲਾਂ ਕਈ ਆ ਜਾਂਦੀਆਂ ਵਾ, ਅਤੇ ਐਂਬੂਲੈਂਸ ਜੇ ਖਰਾਬ ਹੋ ਜਾਏ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ। ਸਾਡੇ ਕੋਲ ਐਂਬੂਲੈਂਸ ਵੀ ਨਹੀਂ, ਸਾਡੇ ਕੋਲ ਸਾਧਨਾਂ ਦੀ ਕਮੀ ਆ, ਸਾਡੇ ਕੋਲ ਜਗ੍ਹਾ ਦੀ ਕਮੀ ਆ, ਬਹੁਤ ਸਾਰੀਆਂ ਕਮੀਆਂ। ਕੀ ਗਿਣਾਈਏ, ਕੀ ਗਿਣਾਈਏ, ਕਿਹੜੇ ਦੁੱਖੜੇ ਸੁਣਾਈਏ ਤੁਹਾਨੂੰ ਹੈ। ਬਹੁਤ ਦੁੱਖੜੇ ਆ, ਦੁੱਖੜੇ ਸੱਚ ਦੇ ਆ, ਕਰੀਏ ਕੀ, ਸੱਚ ਆ। ਇਹ ਤਾਂ ਹੈ ਨਹੀਂ ਗਾ ਵੀ ਅਸੀਂ ਇੱਕ ਵੀਡੀਓ ਸ਼ੂਟ ਕਰ ਸਕਦੇ ਹਾਂ, ਸਾਡੇ ਕੋਲ ਮੌਕਾ ਹੀ ਨਹੀਂ ਹੁੰਦਾ। ਕੀ ਕਰੀਏ, ਸੱਚ ਬੋਲੇਗਾ ਤਾਂ ਕੱਡਿਆਂ ਉੱਪਰ ਦੀ ਨਿੰਗਣਾ ਹੀ ਪੈਣਾ ਵਾ, ਇਹ ਕੋਈ ਦੋ ਰਿਆਂ ਦੇ। ਬਿਲਕੁਲ ਮਨ ਤਾਂ ਬਹੁਤ ਕਰਦਾ ਕਿ ਹੋਰ ਵੀ ਇਹਨਾਂ ਗਊਆਂ ਬਾਰੇ ਜਾਣਕਾਰੀ ਲਈਏ, ਕਿਸ ਤਰ੍ਹਾਂ ਚਲਾਉਂਦੇ ਹੋ, ਹੋਰ ਮਨ ਕਰਦਾ। ਪਰ ਜਾਂਦੇ ਜਾਂਦੇ ਇੱਕ ਦਿਲ ਦੀ ਗੱਲ ਜ਼ਰੂਰ ਦੱਸੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਿਲ ਤੋਂ, ਸੰਦੇਸ਼ ਕੀ ਦੇਣਾ ਚਾਹੁੰਦੇ ਹੋ, ਮੈਸੇਜ ਕੀ ਦੇਣਾ ਚਾਹੁੰਦੇ ਹੋ, ਕਹਿਣਾ ਕੀ ਚਾਹੁੰਦੇ ਹੋ? ਸਾਰੇ ਹੀ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਤਿਲ ਦਿੱਤਾ, ਤੁਸੀਂ ਫੁੱਲ ਦਿੱਤਾ, ਤੁਸੀਂ 1 ਰੁਪਿਆ ਦਿੱਤਾ, ਤੁਸੀਂ ਲੱਖ ਦਿੱਤਾ। ਬਾਬਾ ਹੀਰਾ ਹਸਪਤਾਲ 'ਚ ਜਿਹੜੇ ਵੀ ਸੰਗਤਾਂ ਨੇ ਸੰਯੋਗ ਪਾਇਆ, ਉਹਨਾਂ ਨੂੰ ਅਕਾਲ ਪੁਰਖ ਚੜ੍ਹਦੀ ਕਲਾ ਤੇ ਕਿਰਪਾ ਇਹ ਮਹਾਂਮਾਰੀ ਤੋਂ ਬਚਾਈ ਰੱਖੇ। ਫਿਰ ਆਪ ਦੇ ਖੁਸ਼ੀਆਂ ਤੇ ਖੇੜੇ ਉਸੇ ਤਰ੍ਹਾਂ ਹੀ ਸਾਡੇ ਲੱਗਣ ਜਿਸ ਤਰ੍ਹਾਂ ਪਹਿਲਾਂ ਸੀਗੇ। ਫਿਰ ਅਸੀਂ ਇਹ ਬੇਨਤੀ ਕਰਦੇ ਹਾਂ, ਤੁਸੀਂ ਇਹਨਾਂ ਬੇਜਵਾਨਿਆਂ ਦਾ ਜ਼ਰੂਰ ਦੁੱਖ ਦਰਦ ਸੁਣੋ, ਕਿਉਂਕਿ ਇਹ ਵੀ ਆਪਣੇ ਨਾਲ ਜੁੜੇ ਹੋਏ ਆ ਸਾਰੇ। ਆਪਾਂ ਵੀ ਇੱਕ ਕਿਸਾਨਾਂ ਲਈ ਕਈ ਏਕੜ 'ਚ ਹੌਸਪੀਟਲ ਪਾ ਸਕੀਏ, ਇਹਨਾਂ ਜੀਵਾਂ ਦਾ ਹੌਸਪੀਟਲ ਪਾ ਸਕੀਏ। ਤੁਸੀਂ ਜਦੋਂ ਵੀ ਆਵੋ ਜ਼ਰੂਰ ਬਾਬਾ ਹੀਰਾ ਹਸਪਤਾਲ ਟਾਈਮ ਕੱਢਿਓ।
ਕਿਉਂਕਿ ਇਹ ਸੁਣ ਕੇ ਨਹੀਂ ਗਾ ਵੀ ਸੁਣ ਕੇ 2 ਮਿੰਟ ਆਪਾਂ ਮੋਸ਼ਨ ਹੋਏ ਤੇ ਛੱਡਤਾ, ਉਹ ਗੱਲ ਸੂਰਮਿਆਂ ਦੀ ਨਹੀਂ ਹੁੰਦੀ ਹੈ। ਜਦੋਂ ਮਹਿਸੂਸ ਹੋ ਜੇ ਨਾ, ਜਦੋਂ ਆਤਮਾ ਕਵੇ ਤਾਂ ਉਦੋਂ ਦਾਨ ਕਰ ਦੇਣਾ ਚਾਹੀਦਾ ਉਸੇ ਟਾਈਮ। ਬਸ ਇਹ ਬੇਨਤੀ ਕਰਦੇ ਆ, ਤੁਸੀਂ ਜ਼ਿਆਦਾ ਨਹੀਂ, ਤੁਸੀਂ $1 ਜ਼ਰੂਰ ਮਹੀਨੇ ਦਾ ਬਾਬਾ ਹੀਰਾ ਹੌਸਪੀਟਲ ਨੂੰ ਦਿਆ ਕਰੋ ਕਿ ਤੁਹਾਡੇ ਸੰਯੋਗ ਨਾਲ ਬਹੁਤ ਕੁਝ ਹੋ ਸਕਦਾ। ਕਿਉਂਕਿ ਤੁਹਾਨੂੰ ਪਤਾ ਬਿਮਾਰੀ ਚੱਲ ਰਹੀ ਆ, ਬਿਮਾਰੀ ਕਾਰਨ ਫਿਰ ਵੀ ਅਸੀਂ ਡਟੇ ਹੋਏ ਹਾਂ ਅਤੇ ਤੁਹਾਡਾ ਸੰਯੋਗ ਹੋਊਗਾ ਫਿਰ ਹੀ ਅਸੀਂ ਹੋਰ ਭਲਾ ਕਰ ਸਕਦੇ ਹਾਂ। ਨਹੀਂ ਤਾਂ ਜਿਵੇਂ ਅਕਾਲ ਪੁਰਖ ਨੂੰ ਮਨਜ਼ੂਰ ਹੋਊ ਉਸੇ ਤਰ੍ਹਾਂ ਹੀ ਆ। ਅਸੀਂ ਹਮਦਰਦ TV ਦਾ ਅਤੇ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦਾ ਜਿਹੜੀਆਂ ਸਾਨੂੰ ਸਹਿਯੋਗ ਦਿੰਦੀਆਂ, ਬਾਬਾ ਹੀਰਾ ਹਸਪਤਾਲ ਦੇ ਸੇਵਾਦਾਰਾਂ ਦਾ, ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਇੰਨੀਆਂ ਕੁ ਬੇਨਤੀਆਂ ਜ਼ਰੂਰ ਪ੍ਰਵਾਨ ਕਰੋਗੇ, ਅਸੀਂ ਆਸ ਰੱਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਤਾਂ ਦਰਸ਼ਕੋ, ਇਹ ਸਨ ਬਾਬਾ ਹੀਰਾ ਸਿੰਘ ਹਸਪਤਾਲ ਦੇ ਮੁੱਖ ਸੇਵਾਦਾਰ ਭਾਈ ਕੁਲਵਿੰਦਰ ਸਿੰਘ, ਜਿਨ੍ਹਾਂ ਨੇ ਗੱਲਬਾਤ ਕੀਤੀ। ਅਵਾਰਾ, ਬੇਸਹਾਰਾ ਤੇ ਜ਼ਖਮੀ ਗਊਆਂ ਨੂੰ ਆਪਣੇ ਹਸਪਤਾਲ ਦੇ ਵਿੱਚ ਲੈ ਕੇ ਆਉਂਦੇ ਨੇ, ਉਹਨਾਂ ਦਾ ਇਲਾਜ ਕਰਦੇ ਨੇ। ਬੜੀ ਨਾਜ਼ੁਕ ਸਥਿਤੀ ਦੇ ਵਿੱਚ ਗਾਈਆਂ ਪਈਆਂ ਨੇ, ਕਈਆਂ ਦੀਆਂ ਲੱਤਾਂ ਟੁੱਟੀਆਂ, ਕਈਆਂ ਦੇ ਰੀੜ੍ਹ ਦੀਆਂ ਹੱਡੀਆਂ ਟੁੱਟੀਆਂ, ਕਈਆਂ ਦੇ ਕੀੜੇ ਪਏ ਹੋਏ ਨੇ, ਕਈਆਂ ਦੇ ਹਾਰਨੀਆਂ ਨੇ, ਬੜੇ ਕਈਆਂ ਬਲਦ ਨੇ ਜੋ ਉਹਨਾਂ ਦੇ ਸਿੰਗ ਟੁੱਟੇ ਹੋਏ ਨੇ, ਕਈਆਂ ਦੇ ਲੇਵੇ ਫਟੇ ਹੋਏ ਨੇ। ਬੜੇ ਮਾੜੇ ਹਾਲਾਤਾਂ ਦੇ ਵਿੱਚ ਗਊਆਂ ਇੱਥੇ ਪਈਆਂ। ਭਾਈ ਸਾਹਿਬ ਨੇ ਦੱਸਿਆ ਕਿ ਬੇਜ਼ੁਬਾਨ ਜੋ ਪਸ਼ੂ ਨੇ ਉਹਨਾਂ ਦੀ ਮਦਦ, ਉਹਨਾਂ ਦਾ ਸਹਾਰਾ ਸਾਨੂੰ ਸਾਰਿਆਂ ਨੂੰ ਜ਼ਰੂਰ ਬਣਨਾ ਚਾਹੀਦਾ। ਇਹਨਾਂ ਪਸ਼ੂਆਂ ਲਈ ਸਾਨੂੰ ਦਾਨ ਕਰਨਾ ਚਾਹੀਦਾ। ਇਹਨਾਂ ਪਸ਼ੂਆਂ ਦੇ ਇਲਾਜ ਵਾਸਤੇ ਸਾਨੂੰ ਮੈਡੀਸਨ ਦੀ ਮਦਦ ਕਰਨੀ ਚਾਹੀਦੀ ਹੈ। ਤੁਸੀਂ ਇਸ ਹਸਪੀਟਲ ਦੇ ਨਾਲ ਜੁੜਨ ਲਈ, ਜਾਂ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਪਸ਼ੂ ਆ ਜੋ ਲਵਾਰਸ ਹਾਲਤ ਦੇ ਵਿੱਚ ਆ, ਜ਼ਖਮੀ ਆ, ਮਾੜੇ ਹਾਲਾਤਾਂ 'ਚ ਪਿਆ, ਤੁਸੀਂ ਇਹ ਬਾਬਾ ਹੀਰਾ ਸਿੰਘ ਹਸਪੀਟਲ ਨੇੜੇ ਨਾਨਕਸਰ ਕਲੇਰਾਂ 68 ਜੋ ਬਣੀ ਹੋਈ ਆ ਕੌਂਕੇ ਪਿੰਡ ਦੇ ਨਜ਼ਦੀਕ ਇਹ ਹਸਪੀਟਲ ਬਣਿਆ, ਇੱਥੇ ਤੁਸੀਂ ਪਹੁੰਚਾਉਣ ਲਈ ਇਹਨਾਂ ਦਾ ਨੰਬਰ ਨੋਟ ਕਰੋ 98 ਇਸ ਹਸਪੀਟਲ ਦਾ ਨੰਬਰ ਹੈ। ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਇੱਥੇ ਤੁਸੀਂ ਲਵਾਰਸ ਜਿਹੜੀਆਂ ਜ਼ਖਮੀ ਗਊਆਂ ਨੂੰ ਵੀ ਭੇਜ ਸਕਦੇ ਹੋ, ਔਰ ਇਹਨਾਂ ਦੀ ਗਊਆਂ ਵਾਸਤੇ ਕੋਈ ਮਦਦ ਦਾਨ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤਾਂ ਦਰਸ਼ਕੋ, ਇਸ ਤੋਂ ਪਹਿਲਾਂ ਬਾਬਾ ਹੀਰਾ ਸਿੰਘ ਹਸਪੀਟਲ ਦੇ ਮੁੱਖ ਸੇਵਾਦਾਰ ਭਾਈ ਕੁਲਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਲਵਾਰਸ, ਬੇਸਹਾਰਾ ਤੇ ਜ਼ਖਮੀ ਗਊਆਂ ਨੂੰ ਇੱਥੇ ਲਿਆ ਕੇ ਉਹਨਾਂ ਦਾ ਇਲਾਜ ਕਰਦੇ ਨੇ। ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਗਊਆਂ ਦਾ ਇਲਾਜ ਕਰ ਚੁੱਕੇ ਨੇ। ਅੱਜ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇੱਕ ਛੋਟੇ ਜਿਹੇ ਹਸਪੀਟਲ ਦੇ ਵਿੱਚ ਗਊਆਂ ਪਈਆਂ ਜਿਨ੍ਹਾਂ ਦਾ ਉਹ ਇਲਾਜ ਕਰ ਰਹੇ ਨੇ। ਸਾਡੇ ਨਾਲ ਇੱਥੇ ਸਚਿਨ ਸ਼ਾਸਤਰੀ ਜੀ ਨੇ ਜੋ ਪ੍ਰੋਫੈਸਰ ਨੇ ਕਾਲਜ ਦੇ ਵਿੱਚ ਪੜ੍ਹਾਉਂਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਪਹਿਲਾਂ ਪ੍ਰੋਫੈਸਰ ਸਾਹਿਬ ਸਾਡਾ। ਧੰਨਵਾਦ ਜੀ। ਹਮਦਰਦ TV ਦੇ ਚੈਨਲ ਵਾਲੇ ਤੁਹਾਨੂੰ ਸਾਰੇ ਲੋਕਾਂ ਨੂੰ ਮੈਂ ਨਮਸਕਾਰ ਕਹਿਣਾ। ਪਹਿਲਾਂ ਤਾਂ ਧੰਨਵਾਦ ਜੀ, ਮਿਹਰਬਾਨੀ। ਪ੍ਰੋਫੈਸਰ ਸਾਹਿਬ, ਗੱਲ ਕਰੀਏ, ਤੁਸੀਂ ਕਦੋਂ ਦੇ ਇਸ ਹਸਪੀਟਲ ਦੇ ਨਾਲ ਜੁੜੇ ਹੋ, ਕਿਸ ਤਰ੍ਹਾਂ ਇਸ ਦੀਆਂ ਸੇਵਾਵਾਂ ਨੂੰ ਦੇਖਦੇ ਹੋ? ਬਾਬਾ ਹੀਰਾ ਜੀ ਹਸਪਤਾਲ ਜਿਹੜਾ ਗਊਆਂ ਦੀ ਸੇਵਾ ਕਰਨ ਵਾਸਤੇ ਪਿਛਲੇ ਲਗਭਗ 11-12 ਸਾਲਾਂ ਤੋਂ ਕੰਮ ਕਰ ਰਿਹਾ ਹੈ। ਅਸੀਂ ਵੀ ਪਿਛਲੇ 5 ਸਾਲ ਤੋਂ ਲਗਭਗ ਮੈਂ ਇਸ ਸੰਸਥਾ ਨਾਲ ਜੁੜਿਆ ਹੋਇਆ ਜੀ। 5 ਸਾਲ ਪਹਿਲਾਂ ਹੀ ਜਿਹੜੇ ਇੱਥੇ ਸੰਸਥਾ ਦੇ ਮੁੱਖ ਸੇਵਾਦਾਰ ਹੈ ਕੁਲਵਿੰਦਰ ਸਿੰਘ ਜੀ, ਉਹਨਾਂ ਦਾ ਜਿਹੜਾ ਕੰਮਕਾਰ ਦੇਖ ਕੇ, ਸਮਾਜ ਦੇ ਵਿੱਚ ਵਿਚਰਦੇ ਹੋਏ ਉਹਨਾਂ ਨੂੰ ਦੇਖ ਕੇ ਇੱਦਾਂ ਹੀ ਮੁਲਾਕਾਤ ਹੋਈ, ਥੋੜ੍ਹੀ ਖੋਜਬੀਨ ਕੀਤੀ, ਪਤਾ ਕੀਤਾ, ਗਹਿਰਾਈ 'ਚ ਗਏ ਤਾਂ ਪਤਾ ਲੱਗਿਆ ਵੀ ਇੱਕ ਦਰਦ ਨਾਲ ਜੁੜਿਆ ਹੋਇਆ ਬੰਦਾ ਜਿਹੜਾ ਉਹੀ ਇਹੋ ਜਿਹੇ ਕੰਮ ਦੇ ਵਿੱਚ ਪੈ ਸਕਦਾ ਜੀ। ਅਤੇ ਜਿਹੜੇ ਦਰਦਮੰਦ ਲੋਕ ਨੇ, ਜਿਨ੍ਹਾਂ ਨੂੰ ਜੀਵਾਂ ਨਾਲ ਪ੍ਰੇਮ ਹੈ ਅਤੇ ਇਹਨਾਂ ਦਾ ਦਰਦ ਦੇਖ ਕੇ ਜਿਹੜੇ ਆਪਣੇ ਆਪ ਨੂੰ ਨਹੀਂ ਰੋਕ ਸਕਦੇ, ਉਹ ਲੋਕ ਸਹਿਜੇ ਹੀ ਇਹਨਾਂ ਨਾਲ ਜੁੜ ਜਾਂਦੇ ਨੇ ਜੀ। ਸੋ ਇਸੇ ਤਰ੍ਹਾਂ ਮੈਂ ਵੀ ਇਹਨਾਂ ਦਾ ਕੰਮ ਦੇਖਦੇ ਹੋਏ, ਕਿਉਂਕਿ ਜਿਹੜੇ ਕੰਮ ਜਿਸ ਤਰ੍ਹਾਂ ਦੇ ਇਹ ਕਰਦੇ ਸੀ, ਜਿਹੇ ਜਿਹੇ ਉਪਰਾਲੇ ਇਹ ਕਰਦੇ ਕਿ ਕੋਈ ਬਿਮਾਰ ਗਊ ਪਈ ਹੈ, ਕੋਈ ਫੱਟੜ ਹੋ ਗਈ ਹੈ, ਕਿਤੇ ਜ਼ਖਮੀ ਪਈ ਹੈ, ਜਿਸ ਦਾ ਕੋਈ ਇਲਾਜ ਨਹੀਂ ਹੋ ਰਿਹਾ, ਉਹਨਾਂ ਗਊਆਂ ਨੂੰ ਇਹ ਚੱਕ ਕੇ ਆਪਣੇ ਖਰਚੇ 'ਤੇ, ਆਪਣੀ ਸੇਵਾ 'ਤੇ, ਆਪਣੇ ਸੇਵਾਦਾਰਾਂ ਨੂੰ ਲੈ ਕੇ ਇਸ ਹਸਪਤਾਲ ਵਿੱਚ ਲਿਆਉਂਦੇ ਸੀ। ਜਦ ਆ ਕੇ ਦੇਖਿਆ 5 ਸਾਲ ਪਹਿਲਾਂ ਤਾਂ ਸ਼ਾਇਦ ਇਹ ਸ਼ੈੱਡ ਆ ਵੀ ਨਹੀਂ ਸੀਗਾ, ਬਹੁਤ ਥੋੜ੍ਹੀ ਥਾਂ ਇਹਨਾਂ ਹੀ ਛੱਤੀ ਹੋਈ ਸੀਗੀ, ਪਰ ਉਹ ਥੋੜ੍ਹੇ ਉਪਰਾਲਿਆਂ ਦੇ ਵਿੱਚ ਵੀ ਇਹ ਵੱਡੀ ਸੇਵਾ ਕਰਦੇ ਸੀ ਜੀ। ਅੱਜ ਤੱਕ ਜਿਹੜੀ ਨਿਰੰਤਰ ਚੱਲਦੀ ਆ ਰਹੀ ਹੈ, ਸਾਡੇ ਅੱਜ ਤੱਕ ਇਸ ਸੰਸਥਾ ਦੇ ਨਾਲ ਜੁੜੇ ਹੋਣ ਦਾ ਕਾਰਨ ਵੀ ਇਹੀ ਹੈ। ਬਹੁਤ ਸਾਰੀਆਂ ਸੇਵਾਵਾਂ ਇਹਨਾਂ ਦੀਆਂ ਨਿਰੰਤਰ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ, ਕਿਉਂਕਿ ਸਮਾਜ ਦੇ ਵਿੱਚ ਵੀ ਇਹ ਸੇਵਾਵਾਂ ਦਾ ਅੰਤ ਨਹੀਂ ਹੈਗਾ। ਜੇ ਅਸੀਂ ਕਹੀਏ ਵੀ ਜੇ ਕੋਈ ਉਪਰਾਲੇ ਇਹਨਾਂ ਦੇ ਵੱਧਦੇ ਆ ਤਾਂ ਉਨੀ ਸੇਵਾ ਵੀ ਵੱਧਦੀ ਆ ਰਹੀ ਹੈ। ਲੋਕਾਂ ਦੇ ਆਪਣੇ ਜਿਹੜੀਆਂ ਐਕਸੈਪਟੇਸ਼ਨ ਹੈ ਉਹ ਵੱਧਦੀਆਂ ਜਾ ਰਹੀਆਂ। ਕਿਤੇ ਵੀ ਪਹਿਲਾਂ ਬਹੁਤ ਘੱਟ ਸਹਿਜੇ ਇਹ ਸਾਧਨ ਘੱਟ ਹੁੰਦੇ ਸੀਗੇ, ਜਿਸ ਕਾਰਨ ਇਹਨਾਂ ਕੋਲ ਵੀ ਸਮਾਚਾਰ ਘੱਟ ਆ ਪਾਉਂਦੇ ਸੀਗੇ। ਹੁਣ ਇਹਨਾਂ ਦਾ ਨੰਬਰ, ਕਿਉਂਕਿ ਬਹੁਤ ਫੇਮਸ ਹੋ ਚੁੱਕਾ ਨੰਬਰ 9268 9268, ਇਹ ਨੰਬਰ
ਪੂਰੇ ਸਮਾਜ ਦੇ ਵਿੱਚ ਫੈਲਿਆ ਹੋਇਆ। ਲੋਕਾਂ ਨੂੰ ਦੂਰ ਦਰਾਜ ਤੱਕ ਇਸ ਨੰਬਰ ਬਾਰੇ ਪਤਾ ਵਾ। ਜਿੱਥੇ ਵੀ ਕਿਤੇ ਗਊ ਨੂੰ ਕੋਈ ਦੇਖਦਾ ਸਹਿਜੇ ਹੀ ਅਗਲਾ ਕਹਿੰਦਾ ਕਿਸੇ ਤੋਂ ਇਨਕੁਆਇਰੀ ਕਰਨ ਦੀ ਲੋੜ ਨਹੀਂ ਪੈਂਦੀ, ਨੰਬਰ ਜਵਾਨੀ ਯਾਦ ਹੋਣ ਕਰਕੇ ਲੋਕ ਇੱਥੇ ਸੇਵਾ ਵਾਸਤੇ ਫੋਨ ਕਰਦੇ। ਔਰ ਕਈ ਵਾਰ ਸਾਨੂੰ ਵੀ ਸਮਾਜ ਵਿੱਚ ਇਹ ਸੁਣਨ ਨੂੰ ਮਿਲਦਾ ਕਿ ਅਸੀਂ ਫੋਨ ਕਰਦੇ ਆਂ ਤੇ ਐਂਬੂਲੈਂਸ ਹਾਲੇ ਤੱਕ ਪਹੁੰਚੀ ਨਹੀਂ। ਮੈਂ ਸਾਥੀਆਂ ਨੂੰ, ਆਪਣੇ ਸਮਾਜ ਦੇ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹਾਂਗਾ ਕਿ ਬਾਬਾ ਹੀਰਾ ਹਸਪਤਾਲ ਆਪਣੀ ਸੇਵਾ ਨਿਰੰਤਰ ਚੱਲਦੀ ਕਰ ਰਿਹਾ ਜੀ। ਬਸ ਇੱਕੋ ਹੀ ਹੋਣ ਕਰਕੇ, ਕਿਉਂਕਿ ਕਈ ਵਾਰ ਜਗਰਾਓਂ ਦੇ ਪੂਰੇ ਇਲਾਕੇ 'ਚ ਆਸ-ਪਾਸ ਦੇ ਲੱਗਦੇ 40 50 60 ਪਿੰਡਾਂ ਦੇ ਵਿੱਚ ਇਹਨਾਂ ਦੀ ਸੇਵਾ ਚੱਲਦੀ ਹੈ। ਜਗਰਾਓਂ ਸ਼ਹਿਰ ਦੇ ਵਿੱਚ ਚੱਲਦੀ ਹੈ, ਹੋਰ ਵੀ ਦੂਰ ਦਰਾਜ ਇਲਾਕਿਆਂ 'ਚ ਇਹ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਜਦੋਂ ਐਂਬੂਲੈਂਸ ਇੱਕ ਥਾਂ ਤੇ ਕਿਸੇ ਸ਼ਹਿਰ ਦੇ ਜਾਂ ਇੱਕ ਇਲਾਕੇ ਦੇ ਵਿੱਚ ਗਈ ਹੋਈ ਹੈ, ਦੂਜੇ ਪਾਸਿਓਂ ਫੋਨ ਆ ਕੇ ਉੱਥੇ ਪਹੁੰਚਣ ਨੂੰ ਸਮਾਂ ਤਾਂ ਲੱਗੇਗਾ, ਉਸ ਉਪਰਾਲੇ 'ਚ ਸਮਾਂ ਤਾਂ ਲੱਗੇਗਾ। ਤਾਂ ਸਮਾਜ ਦੇ ਵਿੱਚ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਪਣਾ ਹੌਸਲਾ ਬਰਕਰਾਰ ਰੱਖਦੇ ਹੋਏ ਸੇਵਾਵਾਂ ਤੇ ਕੋਈ ਸ਼ੰਕਾ ਸ਼ੁਬਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੀ ਨਿਰੰਤਰ ਸੇਵਾ ਜਿਹੜੀ ਚੱਲ ਰਹੀ ਹੈ ਉਹ ਰੱਬ ਪੱਖੀ ਹੈ, ਉਹ ਰੱਬੀ ਹੈ, ਉਹ ਆਮ ਸਬੱਬਾਂ ਨਾਲ ਪੂਰੀ ਨਹੀਂ ਹੋ ਸਕਦੀ। ਅਸੀਂ ਲੋਕ ਸਿਰਫ ਥੋੜ੍ਹਾ ਬਹੁਤ ਸਹਿਯੋਗ ਕਰ ਸਕਦੇ ਹਾਂ, ਅਸੀਂ ਕੋਈ ਬਹੁਤ ਜ਼ਿਆਦਾ ਇਹਦੇ ਵਿੱਚ ਉਪਰਾਲਾ ਨਹੀਂ ਕਰਦੇ, ਅਸੀਂ ਥੋੜ੍ਹਾ ਬਹੁਤ ਕੋਈ ਸਹਿਯੋਗ ਕਰ ਸਕਦੇ ਇਹਨਾਂ ਦਾ। ਬਸ ਇਹੀ ਪੜ੍ਹਿਆ ਲਿਖਿਆ ਵਰਗ ਬਹੁਤ ਘੱਟ ਸੇਵਾ ਵਾਲੇ ਪਾਸੇ ਜਾਂਦਾ ਹੈ। ਉਹ ਕੋਈ ਆਸਥਾ ਵਾਲਾ ਹੁੰਦਾ, ਕੋਈ ਨਾਸਤਿਕ ਬਣ ਜਾਂਦਾ ਹੈ। ਪਰ ਤੁਸੀਂ ਜਿੱਥੇ ਬੱਚਿਆਂ ਨੂੰ ਗਿਆਨ ਵੰਡ ਰਹੇ ਹੋ, ਉੱਥੇ ਇੱਕ ਲਵਾਰਸ ਤੇ ਬੇਸਹਾਰਾ ਜ਼ਖਮੀ ਗਊਆਂ ਦੀ ਸੇਵਾ ਕਰ ਰਹੇ ਹੋ। ਹਰ ਰੋਜ਼ ਆਉਂਦੇ ਹੋ ਜੀ? ਮੈਂ ਹਰ ਰੋਜ਼ ਤਾਂ ਨਹੀਂ ਆ ਪਾਉਂਦਾ, ਕਿਉਂਕਿ ਅੱਜ ਕੱਲ੍ਹ ਲੋਕਡਾਊਨ ਕਰਕੇ ਵਿਦਿਅਕ ਅਦਾਰੇ ਵੀ ਬੰਦ ਹੋਣ ਕਰਕੇ ਅਸੀਂ ਵੀ ਘਰਾਂ 'ਚ ਫ੍ਰੀ ਹਾਂ। ਇਸ ਲਈ ਜਦੋਂ ਸਮਾਂ ਲੱਗਦਾ ਹੈ ਇੱਥੇ ਗਊਆਂ ਦੀ ਸੇਵਾ ਵਾਸਤੇ ਜ਼ਰੂਰ ਪਹੁੰਚਦੇ ਹਾਂ, ਦੇਖਣ ਵਾਸਤੇ ਹਾਲਾਤ ਜ਼ਰੂਰ ਪਹੁੰਚਦੇ ਹਾਂ। ਅਤੇ ਲੋਕਾਂ ਨੂੰ ਵੀ ਇਹੀ, ਮੈਂ ਹਮੇਸ਼ਾ ਹੀ ਰੁਝਾਨ ਇਹੀ ਰਹਿੰਦਾ ਹੈ, ਲੋਕਾਂ ਨੂੰ ਇਹੀ ਗਾਈਡ ਕਰਦੇ ਹਾਂ ਕਿ ਕਿਤੇ ਵੀ ਗਊਆਂ ਦੀ ਜਿੱਥੇ ਸੇਵਾ ਅਸੀਂ ਕਰਦੇ ਹਾਂ, ਜਿਵੇਂ ਬਹੁਤ ਸਾਰੇ ਲੋਕ ਸਾਡੇ ਸਾਥੀ ਲੱਗੇ ਹੋਏ ਆ ਸ਼ਹਿਰ ਦੇ ਵਿੱਚ, ਕਈ ਇਹੋ ਜਿਹੇ ਇਲਾਕੇ ਨੇ ਜਿੱਥੇ ਅਵਾਰਾ ਬੇਸਹਾਰਾ ਗਊਆਂ ਨੇ, ਜਿਨ੍ਹਾਂ ਦੇ ਅੱਜ ਕੱਲ੍ਹ ਲੋਕਡਾਊਨ ਦੇ ਕਾਰਨ ਖਾਣ ਪੀਣ ਦੀ ਖੁਰਾਕ ਦੇ ਪੱਠਿਆਂ ਦੇ ਵੀ ਲਾਲੇ ਪਏ ਹੋਏ ਨੇ। ਲੋਕ ਉੱਥੇ ਸੇਵਾ ਕਰ ਰਹੇ ਆ, ਬੜੇ ਕਾਬਲੇ ਤਾਰੀਫ ਹੈ ਉਹਨਾਂ ਸਾਰਿਆਂ ਲੋਕਾਂ ਦੀ ਸੇਵਾਵਾਂ, ਜਿਹੜੇ ਲੋਕ ਅੱਜ ਇਸ ਲੋਕਡਾਊਨ ਦੇ ਵਿੱਚ, ਇਸ ਮਾੜੀ ਘੜੀ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਵਾਸਤੇ ਸਮਾਜ ਦੇ ਵਿੱਚ ਉਪਲਬਧ ਨੇ। ਅਤੇ ਇੱਥੇ ਹੀ ਬਾਬਾ ਹੀਰਾ ਜੀ ਹਸਪਤਾਲ ਵੀ ਆਪਣੀ ਸੇਵਾਵਾਂ 'ਚ ਨਿਰੰਤਰ ਲੱਗਿਆ ਹੋਇਆ, ਲਗਾਤਾਰ ਲੱਗਿਆ ਹੋਇਆ। ਇਹਨਾਂ ਲੋਕਾਂ ਦੀ ਵੀ ਸਾਨੂੰ ਸਹਿਯੋਗ ਤੇ ਸਹਾਇਤਾ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਤਾਂ ਦਰਸ਼ਕੋ, ਇਹਨਾਂ ਨੇ ਦੱਸਿਆ ਕਿ ਇਸ ਹਸਪੀਟਲ ਦੇ ਵਿੱਚ ਬੇਜਵਾਨ ਜੋ ਪਸ਼ੂ ਨੇ, ਜੋ ਲਵਾਰਸ ਨੇ, ਜੋ ਜ਼ਖਮੀ ਨੇ, ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ। ਬਹੁਤ ਦੂਰ ਦਰਾਡੇ ਤੋਂ ਸੰਗਤ ਇੱਥੇ ਪਹੁੰਚਦੀ ਹੈ ਅਤੇ ਬਹੁਤ ਦੂਰ ਦਰਾਡੇ ਤੋਂ ਉਹਨਾਂ ਲਵਾਰਸ ਤੇ ਜ਼ਖਮੀ ਪਸ਼ੂਆਂ ਨੂੰ ਇਸ ਹਸਪੀਟਲ ਦੇ ਸੇਵਾਦਾਰ ਚੁੱਕ ਕੇ ਲੈ ਕੇ ਆਉਂਦੇ ਆ। ਪੂਰੀ ਕਹਾਣੀ, ਪੂਰੀ ਜਾਣਕਾਰੀ, ਪੂਰੇ ਹਾਲਾਤ ਤੁਹਾਨੂੰ ਇਸ ਹਸਪੀਟਲ ਦੇ ਦਿਖਾਏ ਆ ਕਿ ਇੱਕ ਛੋਟੇ ਜਿਹੇ ਹਸਪੀਟਲ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਲਵਾਰਸ ਜ਼ਖਮੀ ਪਸ਼ੂ ਪਏ ਨੇ। ਸੋ ਪਹਿਲਾਂ ਵੀ ਸੰਗਤ ਇੱਥੇ ਬਹੁਤ ਜੁੜੀ ਹੈ। ਸੋ ਅਸੀਂ ਸੰਗਤ ਨੂੰ ਅਪੀਲ ਤੇ ਬੇਨਤੀ ਹਮਦਰਦ ਰਾਹੀਂ ਵੀ ਕਰਦੇ ਹਾਂ। ਪ੍ਰੋਫੈਸਰ ਸਾਹਿਬ ਨੇ ਵੀ ਦੱਸਿਆ, ਭਾਈ ਕੁਲਵਿੰਦਰ ਸਿੰਘ ਹੋਣਾ ਨੇ ਵੀ ਦੱਸਿਆ ਕਿ ਇੱਥੇ ਵੱਡੀ ਲੋੜ ਹੈ ਸੰਗਤ ਦੇ ਸੰਯੋਗ ਦੀ, ਕਿਉਂਕਿ ਲੋਕਡਾਊਨ ਦੌਰਾਨ ਜਿਹੜੇ ਪਸ਼ੂਆਂ ਦਾ, ਅਵਾਰਾ ਪਸ਼ੂਆਂ ਦਾ, ਅਵਾਰਾ ਗਊਆਂ ਦਾ, ਜਿਹੜੇ ਜ਼ਖਮੀ ਗਊਆਂ ਦਾ ਇੱਥੇ ਆਉਣ ਦਾ ਰੁਝਾਨ ਲਗਾਤਾਰ ਜਾਰੀ ਹੈ। ਪਰ ਇੱਥੇ ਵੱਡੀਆਂ ਸਮੱਸਿਆ ਤੇ ਵੱਡੀਆਂ ਮੁਸ਼ਕਲਾਂ ਨੇ, ਕਿਉਂਕਿ ਫੀਡ ਦੀ ਜ਼ਰੂਰਤ ਹੈ, ਤੂੜੀ ਦੀ, ਹਰੇ ਦੀ ਜ਼ਰੂਰਤ ਹੈ, ਮੈਡੀਸਨ ਦੀ ਲੋੜ ਹੈ, ਹਰ ਚੀਜ਼ ਦੀ ਲੋੜ ਹੈ, ਕਿਉਂਕਿ ਕਿਸੇ ਬੇਜ਼ੁਬਾਨ ਦੀ ਜ਼ਿੰਦਗੀ ਬਚਾਉਣਾ ਬਹੁਤ ਵੱਡੀ ਗੱਲ ਹੈ। ਇਨਸਾਨੀਅਤ ਆ, ਇਸੇ ਨੂੰ ਇਨਸਾਨੀਅਤ ਕਹਿੰਦੇ ਆ। ਵੈਸੇ ਤਾਂ ਲੋਕ ਆਮ ਤੌਰ ਤੇ ਸੜਕਾਂ ਤੇ ਜਾਂਦੇ ਹੋਏ ਇੱਕ ਦੂਜੇ ਵਿਅਕਤੀ ਨੂੰ ਜ਼ਖਮੀ ਹਾਲਾਤਾਂ 'ਚ ਛੱਡ ਜਾਂਦੇ ਆ, ਪਰ ਇਹ ਵਿਅਕਤੀ ਉਹ ਨੇ ਜੋ ਬੇਜਵਾਨ, ਬੇਸਹਾਰਾ ਪਸ਼ੂਆਂ ਨੂੰ ਪਿਆਰ ਕਰਦੇ ਨੇ, ਜਾਨਵਰਾਂ ਨੂੰ ਪਿਆਰ ਕਰਦੇ ਨੇ, ਇਨਸਾਨੀਅਤ ਦੇ ਨਾਂ ਤੇ ਉਹਨਾਂ ਦਾ ਇਲਾਜ ਕਰਵਾ ਰਹੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਦਰਸ਼ਕ ਹਮਦਰਦ ਟੀਵੀ ਰਾਹੀਂ ਜੁੜੇ ਆ ਇਸ ਹਸਪੀਟਲ ਦੇ ਨਾਲ ਜ਼ਰੂਰ ਜੁੜਨਗੇ। ਅਸੀਂ ਇਹਨਾਂ ਦਾ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਫਲੈਸ਼ ਕੀਤਾ ਹੋਇਆ, ਤੁਸੀਂ ਸਾਹਮਣੇ ਨੰਬਰ ਇਹਨਾਂ ਦਾ ਦੇਖ ਰਹੇ ਹੋ, 9268 9268 ਹੀਰਾ ਸਿੰਘ ਹਸਪੀਟਲ ਦਾ ਨੰਬਰ ਹੈ। ਦਰਸ਼ਕੋ, ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਮਸਲਾ ਹੁੰਦਾ ਹੈ ਜੋ ਅਸੀਂ ਜਨਤਕ ਕਰ ਸਕਦੇ ਹਾਂ, ਜਾਂ ਉਸ ਮਸਲੇ ਨੂੰ ਹੱਲ ਵੱਲ ਲਿਜਾ ਸਕਦੇ ਹਾਂ, ਜਾਂ ਤੁਹਾਡੇ ਵਿੱਚ ਕੋਈ ਵੱਖਰਾ ਕਰ ਦਿਖਾਉਣ ਦਾ ਜਜ਼ਬਾ ਹੈ, ਜਾਂ ਤੁਹਾਡੇ ਵਿੱਚ ਹੈ ਕੋਈ ਵੱਖਰਾ ਟੈਲੈਂਟ ਜੋ ਅਸੀਂ ਦੇਸ਼ ਦੁਨੀਆ ਦੇ ਸਾਹਮਣੇ ਰੱਖ ਸਕਦੇ ਹਾਂ, ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ, 9872833334। ਇੱਕ ਵਾਰ ਫਿਰ ਨੰਬਰ ਨੋਟ ਕਰੋ, 9872833334। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।